ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੁਗੋ ਜੁਗ ਅਟਲ ਸ਼ਬਦ ਗੁਰੂ। ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਗੁਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਜਿੱਥੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ, ਗੁਰੂ ਦੇ ਸਨਮੁਖ ਹੋ ਕੇ ਉਸ ਮਹਾਨ ਗੁਰੂ ਜੋ ਗੁਰਪਦਵੀ ਤੇ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਸਾਡੀ ਅਗਵਾਈ ਕਰ ਰਹੇ ਹਨ, ਤਿਨਾਂ ਦੇ ਸਨਮੁਖ ਹੋ ਕੇ ਆਪਾਂ ਅੰਮ੍ਰਿਤ ਵੇਲੇ ਦਰਬਾਰ ਦੇ ਵਿੱਚ ਸੱਜ ਕੇ ਬੈਠੇ ਹਾਂ। ਗੁਰੂ ਦੇ ਰਸ ਪਿੰਨੇ ਕੀਰਤਨ ਆਸਾ ਕੀ ਵਾਰ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਸਰਵਣ ਕੀਤਾ। ਆਪ ਜੀ ਦੇ ਇਸ ਗੁਰਦੁਆਰਾ ਸਾਹਿਬ ਵਿਖੇ ਲੜੀਵਾਰ ਕਥਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਜਪਜੀ ਸਾਹਿਬ ਜੀ ਦੀ ਅੱਜ ਦੇ ਦਿਨ ਤੋਂ ਆਪਾਂ ਆਰੰਭ ਕਰਨੀ ਹੈ। ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਹੈ ਕਿ ਇਸ ਸੇਵਾ ਨੂੰ ਨਿਭਾਇਆ ਜਾਏ। ਇਸੇ ਲੜੀ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਵਿਖੇ ਵੀ ਅੱਜ ਜਪਜੀ ਸਾਹਿਬ ਜੀ ਦੀ ਕਥਾ ਆਰੰਭ ਕੀਤੀ ਜਾ ਰਹੀ ਹੈ। ਜਪਜੀ ਸਾਹਿਬ ਜੀ ਦੀ ਕਥਾ ਜੋ ਇੱਕ ਅਸੀਮ ਰਚਨਾ ਹੈ, ਗੁਰੂ ਗ੍ਰੰਥ ਸਾਹਿਬ ਸਟੱਡੀ ਸਰਕਲ ਜੰਮੂ ਵੱਲੋਂ ਜੰਮੂ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਇਸ ਬਾਣੀ ਦੀ ਕਥਾ ਰਾਹੀਂ ਜਿੱਥੇ ਆਪ ਵੀ ਇਸ ਅਸੀਮ ਰਚਨਾ ਤੋਂ ਸੇਧ ਲੈਣ ਦੀ ਆਪਾਂ ਯਤਨ ਕੀਤਾ, ਉੱਥੇ ਗੁਰਸੰਗਤਾਂ ਨੂੰ ਵੀ ਤੁਛ ਬੁੱਧੀ ਅਨੁਸਾਰੀ ਇਸ ਅਸੀਮ ਰਚਨਾ ਦੀ ਵਿਚਾਰ ਦੇ ਨਾਲ ਜੋੜਨ ਦਾ ਕੁਝ ਉਪਰਾਲਾ ਕੀਤਾ ਗਿਆ ਹੈ। ਔਰ ਜਿਵੇਂ ਦਾਸ ਨੇ ਬੇਨਤੀ ਕੀਤੀ ਹੈ ਕਿ ਆਪ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਇਸ ਬਾਣੀ ਦੀ ਵਿਚਾਰ ਦੀ ਜੋ ਲੜੀਵਾਰ ਇਹ ਕਥਾ ਨਿਰੰਤਰ ਚੱਲਣੀ ਹੈ, ਅੱਜ ਇਹ ਲੜੀ ਆਪਾਂ ਆਰੰਭ ਕਰਾਂਗੇ। ਇਸ ਲੜੀ ਨੂੰ ਆਰੰਭ ਕਰਨ ਤੋਂ ਪਹਿਲਾਂ ਆਓ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਜਪਜੀ ਸਾਹਿਬ ਜੀ ਦੀ ਵਿਚਾਰ ਕਰਦੇ ਹਾਂ ਤੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਦੇ ਟੀਕੇ ਕੀਤੇ ਹੋਏ ਨੇ ਔਰ ਬਹੁਤ ਸਾਰੀ ਵਿਚਾਰ ਵੀ ਸਾਨੂੰ ਸੁਣਨ ਨੂੰ ਮਿਲਦੀ ਹੈ, ਕਿਉਂਕਿ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਯੁੱਗ ਹੈ। ਆਪ ਜੀ ਇਸ ਬਾਣੀ ਦੀ ਵਿਚਾਰ ਸਰਵਣ ਕਰਦੇ ਹੋ, ਲੇਕਿਨ ਗੁਰੂ ਗ੍ਰੰਥ ਸਾਹਿਬ ਸਟੱਡੀ ਸਰਕਲ ਨੇ ਇੱਕ ਨਵੀਨਤਮ ਢੰਗ ਦੇ ਨਾਲ ਇਸ ਬਾਣੀ ਦੀ ਵਿਚਾਰ ਤਿਆਰ ਕਰਕੇ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ਪੌੜੀ ਦਰ ਪੌੜੀ ਚੜ੍ਹਦੇ ਹੋਏ ਭਾਵ ਵਿਚਾਰ ਕਰਦੇ ਹੋਏ ਆਪਾਂ ਉਸ ਅਵਸਥਾ 'ਤੇ ਪਹੁੰਚਣਾ ਜਿੱਥੇ ਗੁਰੂ ਸਾਹਿਬ ਜਿਸ ਨੂੰ ਸੱਚਖੰਡ ਕਹਿੰਦੇ ਆ। ਉਹ ਸੱਚਖੰਡ ਇੱਕ ਐਸਾ ਥਾਨ ਜਿਹੜਾ ਸੁਰਤ ਕਰਕੇ ਹੈ, ਇੱਕ ਯਾਤਰਾ ਹੈ ਮਨੁੱਖ ਦੀ ਜਿੱਥੇ ਆਪਾਂ ਪਹੁੰਚਣਾ ਹੈ। ਔਰ ਇੱਕ ਇੱਕ ਪੌੜੀ ਦੀ ਵਿਚਾਰ ਤੁਹਾਡੇ ਸਨਮੁਖ ਰੱਖੀ ਜਾਏਗੀ। ਸਮਾਂ ਇਹ ਵਿਚਾਰ ਕਰਦਿਆਂ ਬਹੁਤ ਲੰਬਾ ਸਮਾਂ ਲੱਗਦਾ ਹੈ, ਕਿਉਂਕਿ 38 ਪੌੜੀਆਂ ਨੇ ਤੇ
आप अंदाज़ा लगा लो कि इतने ही ਐਤਵਾਰ लगने हैं। हर ਐਤਵਾਰ ਨੂੰ ਇੱਕ ਪੌੜੀ ਦੀ ਕਥਾ ਹੋਵੇਗੀ। ਕਈ ਵਾਰੀ ਕਿਸੇ ਐਤਵਾਰ ਵਾਲੇ ਦਿਨ ਕੋਈ ਹੋਰ ਸਮਾਗਮ ਵਿੱਚ ਆ ਜਾਂਦਾ ਹੈ, ਕਥਾ ਜਿਹੜੀ ਹੈ ਉਹ ਮਿਸ ਕਰਨੀ ਪੈਂਦੀ ਹੈ, ਅਗਲੇ ਐਤਵਾਰ ਨੂੰ ਉਸ ਪੌੜੀ ਦੀ ਕਥਾ ਕਰਨੀ ਪੈਂਦੀ। ਇਸ ਲਈ ਆਪਾਂ ਸੰਗਤਾਂ ਨੂੰ ਪਹਿਲਾਂ ਹੀ ਇਹ ਬੇਨਤੀ ਕਰਾਂਗੇ, ਪ੍ਰਬੰਧਕ ਵੀਰਾਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਇਸ ਬਾਣੀ ਦੀ ਵਿਚਾਰ ਕਰਦਿਆਂ ਲਗਭਗ 1 ਸਾਲ ਦਾ ਸਮਾਂ ਲੱਗੇਗਾ ਔਰ ਜੇ ਤੁਸੀਂ ਸਹਿਯੋਗ ਦਿਓਗੇ, ਕਿਉਂਕਿ ਕਥਾ ਜਦੋਂ ਕੀਤੀ ਜਾਂਦੀ ਹੈ, ਇੱਕ ਤਾਂ ਮਨੁੱਖ ਆਪਣੇ ਲਈ ਕਥਾ ਕਰਦਾ, ਕੀਰਤਨ ਵੀ ਆਪਣੇ ਲਈ ਕਰਦਾ। ਕੀਰਤਨ ਜਦੋਂ ਕੋਈ ਕਰਦਾ ਹੈ ਤੇ ਕੀਰਤਨ ਦਾ ਰਸ ਆਪ ਵੀ ਮਾਣਦਾ। ਉਹ ਕਥਾ ਕਰਨ ਵਾਲਾ ਵੀ ਜੇ ਮਨ ਕਰਕੇ ਜੁੜਿਆ ਹੈ, ਉਹ ਵੀ ਕਥਾ ਦਾ ਰਸ ਆਪ ਮਾਣ ਸਕਦਾ। ਲੇਕਿਨ ਕਥਾ ਦਾ ਵਧੇਰੇ ਪ੍ਰਭਾਵ ਤਾਂ ਪੈਂਦਾ ਜੇ ਸੰਗਤ ਸੁਣਨ ਵਾਲੀ ਹੋਵੇ। ਕਥਾ ਕਰਨ ਵਾਲੇ ਨੂੰ ਵੀ ਆਨੰਦ ਆਉਂਦਾ ਹੈ ਅਤੇ ਉਹ ਜੋ ਵਿਚਾਰ ਗੁਰੂ ਦੀ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰਦਾ, ਉਸ ਦਾ ਹੋਰ ਹੀ ਆਨੰਦ ਆਉਂਦਾ ਜਦੋਂ ਸਾਹਮਣੇ ਸੰਗਤ ਭਰਵੀਂ ਬੈਠੀ ਹੋਵੇ। ਪਰ ਇਹ ਦੁਖਾਂਤ ਹੈ ਸਾਡਾ ਕਿ ਅੱਜ ਅਸੀਂ ਗੁਰਦੁਆਰਾ ਸਾਹਿਬਾਨ ਦੀਆਂ ਬਿਲਡਿੰਗਾਂ ਬਹੁਤ ਵੱਡੀਆਂ ਉਸਾਰੀਆਂ ਨੇ। ਦਾਸ ਜਿੱਥੇ ਵੀ ਕਿਤੇ ਮੌਕਾ ਮਿਲਦਾ, ਕਿਸੇ ਗੁਰਮਤਿ ਸਮਾਗਮ ਦੇ ਵਿੱਚ ਜਾਂ ਆਮ ਕਥਾ ਦੇ ਵਿੱਚ, ਇਸ ਦੁਖਾਂਤ ਨੂੰ ਆਪਾਂ ਪ੍ਰਗਟਾਉਂਦੇ ਤੇ ਹਾਂ, ਪਰ ਅਸਰ ਬਹੁਤ ਘੱਟ ਹੁੰਦਾ। ਇਤਨੀਆਂ ਵੱਡੀਆਂ ਬਸਤੀਆਂ ਆਪਾਂ ਬਣਾਈਆਂ ਹੋਈਆਂ, ਮੇਰੇ ਖਿਆਲ ਹੈ ਹਰ ਬਸਤੀ ਦੇ ਵਿੱਚ ਜਿੱਥੇ ਸਿੱਖ ਡੋਮੀਨੇਟਡ ਬਸਤੀਆਂ ਨੇ, ਉਹਨਾਂ ਦੇ ਵਿੱਚ 200-400-500 ਘਰਾਂ ਤੋਂ ਘੱਟ ਕੋਈ ਬਸਤੀ ਨਹੀਂ ਹੈ। ਲੇਕਿਨ ਜਦੋਂ ਗੁਰਦੁਆਰਾ ਸਾਹਿਬਾਨ ਦੀ ਅਸੀਂ ਹਾਲਤ ਵੇਖਦੇ ਹਾਂ, ਅੰਦਰ ਸੰਗਤਾਂ ਦੀ ਹਾਜ਼ਰੀ ਵੇਖਦੇ ਹਾਂ, ਅਤੇ ਫਿਰ ਦੁੱਖ ਹੁੰਦਾ ਹੈ ਕਿ ਅੱਜ ਗੁਰਦੁਆਰਾ ਸਾਹਿਬਾਨ ਦੀ ਉਹ ਇਮਾਰਤ ਤਾਂ ਬਹੁਤ ਵੱਡੀ ਹੈ, ਗੁਰਦੁਆਰਾ ਤਾਂ ਬੜਾ ਆਲੀਸ਼ਾਨ ਹੈ, ਲੇਕਿਨ ਅੰਦਰ ਸੰਗਤ ਦੀ ਘਾਟ ਹੈ। ਕੁਝ ਬਜ਼ੁਰਗ ਜਾਂ ਕੁਝ ਦਰਦ ਰੱਖਣ ਵਾਲੇ ਵੀਰ ਭੈਣਾਂ ਉਹ ਗੁਰਦੁਆਰਾ ਸਾਹਿਬ ਆਉਂਦੇ ਆ, ਬਾਕੀ ਸਭ ਸੁੱਤੇ ਆਉਂਦੇ। ਇਸ ਲਈ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕੀਏ, ਇਸ ਤਰ੍ਹਾਂ ਦੀ ਤਾਂਘ ਆਪਣੇ ਅੰਦਰ ਪੈਦਾ ਕਰੀਏ, ਇਸ ਤਰ੍ਹਾਂ ਦੀ ਖਿੱਚ ਆਪਣੇ ਅੰਦਰ ਪੈਦਾ ਕਰੀਏ ਕਿ ਸੱਚੇ ਪਾਤਸ਼ਾਹ ਇਹ ਜੀਵਨ ਤੇਰਾ ਮਿਲਿਆ ਹੋਇਆ ਹੈ। ਗੁਰੂ ਸਾਹਿਬਾਨ ਨੇ ਅਨੇਕਾਂ ਘਾਲਣਾ ਘਾਲ ਕੇ ਸਾਨੂੰ ਇਹ ਮਹਾਨ ਫਲਸਫਾ ਬਖਸ਼ਿਸ਼ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ। ਜੇ ਆਪਾਂ ਇਸ ਫਲਸਫੇ ਨੂੰ ਸਮਝ ਨਹੀਂ ਸਕੇ, ਇਸ ਫਲਸਫੇ ਨੂੰ ਜੀਵਨ ਦੇ ਵਿੱਚ ਉਤਾਰ ਨਹੀਂ ਸਕੇ, ਇਸ ਅਨੁਸਾਰੀ ਜੀਵਨ ਬਿਤਾ ਨਹੀਂ ਸਕੇ, ਅਤੇ ਇਹ ਜੀਵਨ ਦਾ ਕੋਈ ਮੰਤਵ ਨਹੀਂ ਰਹਿ ਜਾਂਦਾ। ਇਸ ਲਈ ਆਓ, ਜਿਤਨੇ ਕੋ ਆਪਾਂ ਬੈਠੇ ਹਾਂ, ਆਪ ਜੀ ਨੇ ਸ਼ਾਇਦ ਸੋਚਿਆ ਹੋਣਾ ਕਿ ਉਟੰਗਣ ਹੈ ਅੱਜ ਪਹਿਲੇ ਹੀ ਦਿਨ, ਲੇਕਿਨ ਨਹੀਂ, ਇਹ ਦੁਖਾਂਤ ਹੈ ਸਾਡਾ। ਔਰ ਜਦੋਂ ਦੁਖਾਂਤ ਅਸੀਂ ਇਹ ਜ਼ਿਕਰ ਕਰਦੇ ਹਾਂ ਤਾਂ ਉਸ ਤੋਂ ਭਾਵ ਹੈ ਕਿ ਅੰਦਰ ਇੱਕ ਤੜਪ ਪੈਦਾ ਹੁੰਦੀ ਹੈ, ਇੱਕ ਖਿੱਚ ਪੈਦਾ ਹੁੰਦੀ ਹੈ, ਇੱਕ ਤਾਂਘ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਅੱਜ ਤੇਰਾ ਇਹ ਸਿੱਖ ਸਮਾਜ ਜਿਹੜਾ ਤੇਰੀ ਵਿਚਾਰ ਤੋਂ ਦੂਰ ਜਾ ਰਿਹਾ ਹੈ, ਕਿਰਪਾ ਕਰ ਬਖਸ਼ਿਸ਼ ਕਰਕੇ ਸਾਨੂੰ ਉਹ ਸਮੱਤ ਪ੍ਰਾਪਤ ਹੋਵੇ ਕਿ ਅਸੀਂ ਵੀ ਤੇਰੇ ਦਰ 'ਤੇ ਆ ਕੇ ਕੁਝ ਸਮਾਂ ਤੇਰੀਆਂ ਬਾਤਾਂ, ਤੇਰੀਆਂ ਵਿਚਾਰਾਂ ਕਰ ਸਕੀਏ। ਤੋ ਆਓ, ਜਪਜੀ ਸਾਹਿਬ ਜੀ ਦੀ ਇਸ ਲੜੀ ਦੀ ਆਰੰਭਤਾ ਅੱਜ ਆਪਾਂ ਰਲ ਮਿਲ ਕੇ ਕਰਦੇ ਹਾਂ। ਜਪਜੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਹੈ ਔਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਆਦਿ ਬੀੜ ਦੀ ਸੰਪਾਦਨਾ ਕੀਤੀ ਹੈ ਤੇ ਉਸ ਵਕਤ 5 ਗੁਰੂ ਸਾਹਿਬਾਨ, 15 ਭਗਤ, 11 ਭੱਟ ਸਾਹਿਬਾਨ ਤੇ 3 ਗੁਰਸਿੱਖ, 35 ਮਹਾਂਪੁਰਸ਼ਾਂ ਦੀ ਬਾਣੀ ਨੂੰ ਜਦੋਂ ਆਦਿ ਬੀੜ ਦੇ ਵਿੱਚ ਦਰਜ ਕੀਤਾ, ਜਿਸ ਦਾ ਪਹਿਲਾ ਪ੍ਰਕਾਸ਼ 1604 ਅਗਸਤ ਦੇ ਵਿੱਚ ਕੀਤਾ ਗਿਆ, ਤੇ ਉਸ ਆਦਿ ਬੀੜ ਦੇ ਵਿੱਚ ਗੁਰੂ ਸਾਹਿਬਾਨ ਨੇ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ, ਆਪਣੇ ਇਸ਼ਟ ਦਾ ਮੰਗਲ ਕਰਦੇ ਹੋਏ ਮੰਗਲਾਚਰਨ ਦਰਜ ਕੀਤਾ, ਜਿਸ ਨੂੰ ਆਪਣਾ ਮੰਗਲਾਚਰਨ ਕਹਿੰਦੇ ਆ। ਸਿੱਖੀ ਦਾ ਮੁੱਢਲਾ ਉਪਦੇਸ਼ ਜਾਂ ਮੂਲ ਮੰਤਰ ਵੀ ਕਹਿੰਦੇ ਆ, ਜੋ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ।
ਇਹ ਸਾਡਾ ਮੰਗਲਾਚਰਨ ਮੁੱਢਲਾ ਉਪਦੇਸ਼ ਹੈ, ਸਿੱਖੀ ਦਾ ਮੂਲ ਸਿਧਾਂਤ ਹੈ। ਜਿੱਥੇ ਗੁਰੂ ਸਾਹਿਬਾਨ ਨੇ ਇਹ ਦਰਜ ਕੀਤਾ ਔਰ ਇਤਿਹਾਸਕਾਰ ਇਹ ਵੀ ਗੱਲ ਲਿਖਦੇ ਆ, ਜਿਸ ਦੀ ਵਿਚਾਰ ਅਸੀਂ ਮੰਗਲਾਚਰਨ ਦੀ ਵਿਚਾਰ ਕਰਦਿਆਂ ਕਰਾਂਗੇ, ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹ ਮੰਗਲਾਚਰਨ ਦਰਜ ਕਰਨ ਤੋਂ ਬਾਅਦ ਆਪਣੇ ਦਸਤਖਤ ਵੀ ਕੀਤੇ। ਫਿਰ ਉਸ ਤੋਂ ਬਾਅਦ ਬਾਣੀਆਂ ਦੀ ਰਚਨਾ ਜੋ ਸੀ ਉਸ ਦੀ ਸੰਪਾਦਤਾ ਕੀਤੀ ਹੈ। ਔਰ ਇਸ ਮੰਗਲਾਚਰਨ ਤੋਂ ਬਾਅਦ ਸਭ ਤੋਂ ਪਹਿਲੀ ਬਾਣੀ ਜਿਹੜੀ ਦਰਜ ਗੁਰੂ ਸਾਹਿਬਾਨ ਨੇ ਕੀਤੀ ਹੈ ਉਹ ਜਪਜੀ ਸਾਹਿਬ ਹੈ। ਬਾਣੀ ਦਾ ਨਾਮ ਜਪ ਹੈ, ਲੇਕਿਨ ਸਤਿਕਾਰ ਦੇ ਨਾਲ ਸਿੱਖ ਜਗਤ ਦੇ ਵਿੱਚ ਅਸੀਂ ਇਹਨੂੰ ਜਪਜੀ ਸਾਹਿਬ ਕਹਿੰਦੇ ਹਾਂ। ਨਾਮ ਜਪ ਹੈ ਔਰ ਇਹ ਮਹੱਤਤਾ ਹੈ ਇਸ ਬਾਣੀ ਦੀ ਕਿ ਗੁਰੂ ਸਾਹਿਬਾਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਭ ਤੋਂ ਪਹਿਲੀ ਥਾਂ ਆਦਿ ਬੀੜ ਦੇ ਵਿੱਚ ਉਸ ਵੇਲੇ ਇਸ ਬਾਣੀ ਨੂੰ ਬਖਸ਼ਿਸ਼ ਕੀਤੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਬਖਸ਼ਿਸ਼ ਕੀਤਾ ਇਸ ਆਦਿ ਬੀੜ ਨੂੰ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਕੇ ਉਹਨਾਂ ਨੇ ਵੀ ਉਸੇ ਤਰਤੀਬ ਨੂੰ ਕਾਇਮ ਰੱਖਿਆ ਔਰ ਜਪਜੀ ਸਾਹਿਬ ਨੂੰ ਹੀ ਪਹਿਲੀ ਥਾਂ ਜਿਹੜੀ ਹੈ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਸਰੂਪ ਅੱਜ ਸਾਡੇ ਸਾਹਮਣੇ ਹੈ ਉਸ ਦੇ ਵਿੱਚ ਵੀ ਇਹੀ ਤਰਤੀਬ ਸਾਨੂੰ ਮਿਲਦੀ ਹੈ। ਜਦੋਂ ਇਸ ਬਾਣੀ ਦੇ ਸਰੂਪ ਦੀ ਗੱਲ ਆਪਾਂ ਕਰਦੇ ਹਾਂ ਤੇ ਇਸ ਦੇ ਸਰੂਪ ਦੇ ਵਿੱਚ ਇਸ ਦੀ ਆਰੰਭਤਾ ਜਪ ਤੋਂ ਹੁੰਦੀ ਹੈ। ਜਪ ਦੇ ਆਲੇ ਦੁਆਲੇ ਦੋ ਡੰਡੀਆਂ ਨੇ, ਭਾਵ ਇਸ ਦਾ ਸਿਰਲੇਖ ਜਾਂ ਹੈਡਿੰਗ ਉਹ ਜਪ ਹੈ। ਜਿਵੇਂ ਬਹੁਤ ਸਾਰੀਆਂ ਹੋਰ ਰਚਨਾਵਾਂ ਜਾਂ ਹੋਰ ਬਾਣੀਆਂ ਦਾ ਆਪਾਂ ਜ਼ਿਕਰ ਕਰਦੇ ਹਾਂ, ਸੁਖਮਨੀ ਸਾਹਿਬ ਹੈ, ਬਾਣੀ ਦਾ ਨਾਮ ਸੁਖਮਨੀ ਹੈ, ਗੌੜੀ ਸੁਖਮਨੀ ਮਹਿਲਾ ਪੰਜਵਾਂ ਇਵੇਂ ਦਰਜ ਕੀਤੀ ਗੁਰੂ ਸਾਹਿਬਾਨ। ਨਾਮ ਸੁਖਮਨੀ ਹੈ, ਆਪਾਂ ਸਤਿਕਾਰ ਦੇ ਨਾਲ ਸੁਖਮਨੀ ਸਾਹਿਬ ਆਖਦੇ ਹਾਂ। ਇਸੇ ਤਰ੍ਹਾਂ ਸਿੱਧ ਗੋਸ਼ਟ ਬਾਣੀ ਹੈ, ਸਿਰਲੇਖ ਹੈ ਬਾਣੀ ਦਾ। ਇਸੇ ਢੰਗ ਦੇ ਨਾਲ ਗੁਰੂ ਸਾਹਿਬਾਨ ਨੇ ਇਸ ਬਾਣੀ ਦਾ ਵੀ ਸਿਰਲੇਖ ਉਹ ਜਪ ਰੱਖਿਆ। ਜਪ ਤੋਂ ਪਹਿਲਾਂ ਵੀ ਦੋ ਡੰਡੀਆਂ ਨੇ, ਜਪ ਤੋਂ ਬਾਅਦ ਵੀ ਦੋ ਡੰਡੀਆਂ ਨੇ। ਜਿਹੜਾ ਮੂਲ ਮੰਤਰ ਜਾਂ ਮੁੱਢਲਾ ਉਪਦੇਸ਼ ਗੁਰਪ੍ਰਸਾਦ ਤੱਕ ਸੰਪੂਰਨ ਰੂਪ ਦੇ ਵਿੱਚ ਉਚਾਰਨ ਕੀਤਾ ਗੁਰੂ ਸਾਹਿਬਾਨ ਨੇ ਔਰ ਜਿਸ ਨੂੰ ਦਰਜ ਕੀਤਾ ਜਪ ਤੋਂ ਪਹਿਲਾਂ, ਉਹ ਮੂਲ ਮੰਤਰ ਜਾਂ ਮੁੱਢਲਾ ਉਪਦੇਸ਼ ਜਿਸ ਬਾਣੀ ਤੋਂ ਪਹਿਲਾਂ ਗੁਰੂ ਸਾਹਿਬਾਨ ਨੇ ਦਰਜ ਕੀਤਾ ਉਸ ਦਾ ਹਿੱਸਾ ਨਹੀਂ ਹੈ, ਉਸ ਬਾਣੀ ਦਾ ਹਿੱਸਾ ਨਹੀਂ ਹੈ। ਜਿਵੇਂ ਹੁਣ ਜਪ ਹੈ ਜਾਂ ਜਪਜੀ ਸਾਹਿਬ ਅਸੀਂ ਕਹਿ ਲਈਏ, ਉਹ ਮੂਲ ਮੰਤਰ ਜਪਜੀ ਸਾਹਿਬ ਦੀ ਬਾਣੀ ਦਾ ਹਿੱਸਾ ਨਹੀਂ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਗੌੜੀ ਸੁਖਮਨੀ ਮਹਿਲਾ ਪੰਜਵਾਂ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਮੂਲ ਮੰਤਰ ਦੀ ਵਿਆਖਿਆ ਕਰਦੇ ਹਾਂ, ਇਸ ਦੇ ਕਿਤਨੇ ਸਰੂਪ ਬਾਣੀ ਦੇ ਵਿੱਚ ਨੇ ਉਹ ਬਾਅਦ ਦੇ ਵਿੱਚ ਵਿਚਾਰ ਕਰਾਂਗੇ। ਲੇਕਿਨ ਗੁਰੂ ਸਾਹਿਬਾਨ ਨੇ ਜਦੋਂ ਵੀ ਕਿਸੇ ਨਵੇਂ ਰਾਗ ਦੇ ਵਿੱਚ ਕੋਈ ਬਾਣੀ ਦਰਜ ਕੀਤੀ, ਉਸ ਦੀ ਰਚਨਾ ਕੀਤੀ, ਤਾਂ ਪਹਿਲੇ ਆਪਣੇ ਇਸ਼ਟ ਦਾ ਮੰਗਲ ਕੀਤਾ ਔਰ ਉਹੀ ਮੰਗਲਾਚਰਨ ਗੁਰੂ ਸਾਹਿਬਾਨ ਨੇ ਜਪ ਦੀ ਬਾਣੀ ਤੋਂ ਪਹਿਲਾਂ ਦਰਜ ਕੀਤਾ। ਲੇਕਿਨ ਜਪ ਦਾ ਇਹ ਹਿੱਸਾ ਨਹੀਂ ਹੈ। ਬਾਣੀ ਦੀ ਆਰੰਭਤਾ ਜਪ ਤੋਂ ਹੁੰਦੀ ਹੈ। ਇਸ ਦੇ ਦੋ ਸ਼ਲੋਕ ਨੇ। ਪਹਿਲਾ ਸ਼ਲੋਕ ਆਪਾਂ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਪਹਿਲਾ ਸ਼ਲੋਕ ਹੈ। ਇੱਕ ਅੰਤ ਦੇ ਵਿੱਚ ਸ਼ਲੋਕ ਹੈ ਜਿਹੜਾ ਅਸੀਂ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦੋ ਸ਼ਲੋਕ ਨੇ, ਇੱਕ ਆਰੰਭਤਾ ਦੇ ਵਿੱਚ, ਇੱਕ ਅੰਤ ਦੇ ਵਿੱਚ। ਵਿਚਕਾਰ 38 ਪੌੜੀਆਂ ਨੇ। 38 ਪੌੜੀਆਂ ਤੇ ਦੋ ਸ਼ਲੋਕ, ਆਰੰਭਤਾ ਜਪ ਦੇ ਨਾਲ। ਇਹ ਜਪਜੀ ਸਾਹਿਬ ਜੀ ਦਾ ਸਰੂਪ ਹੈ ਔਰ ਮੂਲ ਮੰਤਰ ਗੁਰਪ੍ਰਸਾਦ ਤੱਕ ਵੱਖਰੇਵੇਂ ਤੌਰ 'ਤੇ ਆਪਣਾ ਇਸ਼ਟ ਦਾ ਮੰਗਲ ਕਰਦੇ ਹੋਇਆਂ ਗੁਰੂ ਸਾਹਿਬਾਨ ਨੇ ਇਹ ਦਰਜ ਕੀਤਾ। ਇਸ ਜਪਜੀ ਸਾਹਿਬ ਜੀ ਦੇ ਸਰੂਪ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਆਪਣੇ ਆਪ ਦੇ ਵਿੱਚ ਜਪ ਜੀ ਦੀ ਬਹੁਤ ਮਹੱਤਤਾ ਹੈ। ਹਾਲਾਂਕਿ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਬਾਣੀ ਦੀ ਗੱਲ ਕਰਦੇ ਹਾਂ ਤੇ ਹਰ ਇੱਕ ਸ਼ਬਦ, ਹਰ ਇੱਕ ਤੁਕ ਉਹ ਗਿਆਨ ਪ੍ਰਕਾਸ਼ਕ ਹੈ, ਰੱਬੀ ਚਾਨਣ ਦੇਣ ਵਾਲੀ ਹੈ।
रबी ज्ञान का एक असीम खजाना है, क्योंकि सानू हर शब्द राही एक अदुੱਤੀ विचारधारा जो गुरु नानक पातशाह जी तो लैके दसम पिता तक गुरु गोबिंद सिंह पातशाह जी ने, भावें जिन्हां गुरु साहिबान ने बाणी की रचना नहीं की, लेकिन जिन्हां गुरु साहिबान ने रचना की बाणी की, उसे बाणी, क्योंकि आप सिद्धांत पढ़ते हैं ना, जो तोहा जुगत साए शह काया फेर पलटी है। भावें गुरु साहिबान जिन्हां ने रचना नहीं की बाणी की, पर वो रचना जिहड़ी दूसरे गुरु साहिबान की है, उस रचना नूं भी उन्हां गुरु साहिबान की रचना भी किया जा सकता है। उस जोत ओहा जुगत साए शह काया फिर पलटीए के सिद्धांत अनुसार ही। इसलिए गुरु साहिबान ने जो फलसफा हर एक शब्द हर एक तुक दे विच दिता है, एक रबी ज्ञान है, एक रबी फलसफा है, एक विचारधारा है, एक सिद्धांत है। लेकिन साडा दुखांत यह है कि असी बाणी नूं किसी होर ढंग दे नाल पढ़ रहे हैं, बाणी कुछ सानू तरीका होर दसदी है। इत्थे साडा दुखांत अज पैदा हो रहा है। बाणी कुछ होर कह रही है, आपां जीवन किसी होर ढंग दा जी रहे हैं, ते साडे जीवन दे विच ओ बाणी दा प्रकाश, बाणी दा चानण, बाणी दी विचारधारा, बाणी दा फलसफा, बाणी दी सिद्धांत इसलिए वो नज़र नहीं आ रही। दुखांत इत्थे है। बाणी नूं किसी होर ढंग दे नाल लैना सी, लेकिन असी लै किसी होर ढंग दे नाल रहे हैं। मेरे घर दे विच कोई कारज है, मैं नवा मकान उसारिया, मेरे घर दे विच धी पुत्र दा आनंद कारज है, मेरे घर दे विच कोई चढ़ाई कर जाता है, संसार तो कूच कर जाता है, मैनू गुरु ग्रंथ साहब जी की इसलिए लोड़ है। बस मैनू लोड़ इसलिए है क्योंकि मैं मकान नवा उसारिया, तो मैं केवल प्रकाश करा के गुरु दी एक बीड़ साहिब या सवारी साहिब या गुरु ग्रंथ साहिब जी नूं घर लिया के केवल ये फॉर्मैलिटी करनी है कि मैं सुखमनी साहब का पाठ करवा लिया या अखंड पाठ साहब रखवा के ते कीर्तन करवा लिया, लंगर दे दिता, बस इत्थे तक सीमित हाँ मैं, इस तो वध कुछ नहीं। इसलिए बाणी नूं जिस ढंग दे नाल आपां लैना चाहिदा सी, उस तरीके दे नाल नहीं लिया, ते अज दुखांत साडे सिख समाज दे अंदर वापर रहा है, जो साडे सामने है, जो हालात जिन्हां चुनौतियां दा सानू अज सामना करना पै रहा है, इसे लिए है कि बाणी नूं असी जीविया नहीं, बाणी नूं केवल कर्मकांडी या फॉर्मैलिटी ढंग दे नाल असी पढ़न का यतन किया। हुण जदों असी इस बाणी की गल करते हैं, इसलिए मैं कहा कि हर एक तुक ते हर एक शब्द साडे लई ज्ञान प्रकाशक है, वो रोशनी देण वाला है, सानू चानण बख्शदा है, सानू एक उच्ची आत्मक अवस्था तक लैके जाता है। ये जीवन जीवन का एक सलीका है, वे ऑफ लाइफ। इनू इस ढंग दे नाल नहीं असीं लैंदे। बाणी जिंदगी जीवन का एक तरीका, एक सलीका है कि असी संसार दे विच आए हैं, तो असी जीवन किवें जीउणा है। साडे सामने चैलेंजिस ने, कई औकड़ां आ जांदियां, संसारिक दुख सानू घेरदे है, संसारिक सुखां दे विच असी फस के ते बिल्कुल ही उन्हां दे विच खचित हो जाते हैं। असी भुल जाते हैं कि साडे जीवन का मनोरथ है, असी कोई मकसद लैके संसार दे विच आए हैं। बाणी तो दूर होने कारण असी बस संसार दे विच खचित होके उस घेरे विच ऐसे फसदे हैं कि निकलना नामुमकिन हो जाता है। इसलिए बाणी जीवन जीवन का एक सलीका है, तो हर एक तुक सानू वो सेध बख्शिश करती है। लेकिन जपजी साहिब की महत्ता इसलिए है कि गुरु साहिबान ने इस बाणी के अंदर जो सिद्धांत सानू बख्शिश किया है, उस सिद्धांत पूरे की व्याख्या धन गुरु ग्रंथ साहिब करता है। इसलिए जदों विद्वान ये गल कहते हैं ना कि जे आपां सच नूं जानना होवे, सच कौन है? परमात्मा। उस सच नूं जानना होवे, सच तक पहुँचना होवे, ते सानू जपजी साहिब जी की विचार पहला करनी पवेगी, समझना पवेगा। गुरु साहिब ने कहा ना, एक ओंकार तो लैके गुर प्रसाद तक उस परमात्मा के संखेप रूप के भी सानू गुण बख्शिश किए, समझाए कि वह परमात्मा की हस्ती है। तो जदों असी आरंभता करते हैं जप की बाणी की, तो फिर उस परमात्मा का जिक्र करते हैं जिहड़ा आद सच है।
ਜਿਹੜਾ ਜੁਗਾਦ ਸੱਚ ਹੈ। ਜਦੋਂ ਕੁਝ ਵੀ ਨਹੀਂ ਸੀ, ਉਹ ਪਰਮਾਤਮਾ ਆਪਣੇ ਨਿੱਜ ਸਰੂਪ ਦੇ ਵਿੱਚ ਸੀ। ਤੇ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਉਸ ਪਰਮਾਤਮਾ ਨੇ ਬਣਾਈ, ਤਿਆਰ ਕੀਤੀ, ਉਸ ਦੇ ਅੰਦਰ ਇੱਕ ਫੁਰਨਾ ਉੱਠਦਾ ਤੇ ਉਹ ਪਰਮਾਤਮਾ ਜਿਹੜਾ ਇਸ ਸ੍ਰਿਸ਼ਟੀ ਦੀ ਰਚਨਾ ਕਰਦਾ, ਸ਼ਬਦੇ ਹੀ ਓਪਤ ਹੋਵੇ, ਉਤਪਤ ਪਰਲੋ ਸ਼ਬਦੇ ਹੋਵੇ। ਤੇ ਉਸ ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਸਮਾਜ ਦੇ ਵਿੱਚ, ਸੰਸਾਰ ਦੇ ਅੰਦਰ ਵਿਚਰਦੇ ਹਾਂ, ਸਮੇਂ ਦੀ ਇੱਕ ਬੰਦਿਸ਼ ਹੈ ਤੇ ਮਨੁੱਖ ਨੇ ਇਸ ਸਮੇਂ ਦੀ ਇੱਕ ਸੀਮਾ ਤਿਆਰ ਕੀਤੀ ਹੈ, ਜਿਸ ਨੂੰ ਦੂਜਿਆਂ ਨੇ ਕਿਸੇ ਹੋਰ ਢੰਗ ਦੇ ਨਾਲ ਲਿਆ। ਲੇਕਿਨ ਇਹ ਸਮਾਂ ਹੈ, ਅਸੀਂ ਸਾਰੇ ਕਾਲ ਦੀ ਬੰਦਿਸ਼ ਦੇ ਵਿੱਚ ਹਾਂ। ਤੇ ਗੁਰੂ ਸਾਹਿਬ ਕਹਿੰਦੇ ਇੱਕ ਯੁਗਾਂ ਦੀ ਵੰਡ ਆਪਾਂ ਕਹਿ ਸਕਦੇ ਹਾਂ। ਕਹਿੰਦੇ ਜਦੋਂ ਪਰਮਾਤਮਾ ਆਪਣੇ ਆਪ ਦੇ ਵਿੱਚ ਸੀ, ਸ੍ਰਿਸ਼ਟੀ ਰਚਨਾ ਨਹੀਂ ਸੀ, ਉਦੋਂ ਵੀ ਪਰਮਾਤਮਾ ਸੀ। ਜਦੋਂ ਯੁਗਾਂ ਦੀ ਵੰਡ ਹੋਈ ਤਾਂ ਵੀ ਉਹ ਹਸਤੀ ਹੈ, ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਹਸਤੀ ਰਹੇਗੀ। ਸਦੀ ਵੀ ਕਾਇਮ ਰਹਿਣ ਵਾਲੀ ਹਸਤੀ ਹੈ, ਉਹ ਪਰਮਾਤਮਾ ਐਸਾ ਹੈ। ਤੇ ਗੁਰੂ ਸਾਹਿਬ ਕਹਿੰਦੇ ਕਿ ਉਸ ਸੱਚ ਤੱਕ ਪਹੁੰਚਣ ਦੇ ਲਈ ਸਾਨੂੰ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਪਏਗਾ। ਤੇ ਵਿਦਵਾਨ ਇਹ ਗੱਲ ਕਹਿੰਦੇ ਹੈ ਕਿ ਜੇ ਅਸੀਂ ਸੱਚ ਤੱਕ ਪਹੁੰਚਣਾ ਹੈ, ਸੱਚ ਦੀ ਵਿਚਾਰ ਨੂੰ ਸਮਝਣਾ ਹੈ, ਇੱਕ ਓੰਕਾਰ ਤੱਕ ਪਹੁੰਚਣਾ ਹੈ, ਤੇ ਫਿਰ ਸਾਨੂੰ ਜਪਜੀ ਸਾਹਿਬ ਨੂੰ ਸਮਝਣਾ ਪਹਿਲਾਂ ਜ਼ਰੂਰੀ ਹੈ। ਔਰ ਇਸ ਲਈ ਵਿਦਵਾਨ ਇਹ ਵੀ ਕਹਿੰਦੇ ਹੈ ਕਿ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਸਾਡਾ ਮੁੱਢਲਾ ਉਪਦੇਸ਼ ਹੈ, ਉਸ ਦੀ ਵਿਆਖਿਆ ਜਪਜੀ ਸਾਹਿਬ ਕਰਦਾ ਹੈ। ਤੇ ਸਮੁੱਚੇ ਜਪਜੀ ਸਾਹਿਬ ਜੀ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ। ਕਿਤਨੀ ਮਹੱਤਤਾ ਹੈ। ਮੈਂ ਪਹਿਲਾਂ ਕਿਹਾ ਕਿ ਇਸ ਨੂੰ ਦੂਸਰੇ ਢੰਗ ਨਾਲ ਨਹੀਂ ਲੈਣਾ ਕਿ ਬਾਕੀ ਬਾਣੀਆਂ ਦੀ ਮਹੱਤਤਾ ਨਹੀਂ ਹੈ। ਬਾਕੀ ਬਾਣੀਆਂ ਦੀ ਮਹੱਤਤਾ ਵੀ ਉਸੇ ਪ੍ਰਕਾਰ ਦੀ ਹੈ, ਉਸੇ ਤਰ੍ਹਾਂ ਦੀ ਹੈ। ਲੇਕਿਨ ਜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਖਿਆਂ ਸਮਝਣਾ ਹੋਵੇ ਤੇ ਸਾਨੂੰ ਪਹਿਲਾਂ ਜਪਜੀ ਸਾਹਿਬ ਜੀ ਦੀ ਵਿਚਾਰ ਨੂੰ ਸਮਝਣਾ ਪਏਗਾ। ਤੇ ਜੇ ਅਸੀਂ ਉਸ ਪਰਮਾਤਮਾ ਨੂੰ, ਉਸ ਨਿਰੰਕਾਰ ਨੂੰ ਹੀ ਸਮਝਣਾ ਹੋਵੇ ਤਾਂ ਵੀ ਸਾਨੂੰ ਜਪਜੀ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜਨਾ ਪਏਗਾ। ਇਸੇ ਲਈ ਇਹ ਇੱਕ ਅਸੀਮ ਰਚਨਾ ਹੈ, ਇਸੇ ਲਈ ਇਹ ਇੱਕ ਅਦੁੱਤੀ ਰਚਨਾ ਹੈ। ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਥਾਂ ਇਸੇ ਬਾਣੀ ਨੂੰ ਬਖਸ਼ਿਸ਼ ਕੀਤੀ, ਆਦਿ ਬੀੜ ਦੇ ਵਿੱਚ ਵੀ। ਤੇ ਅੱਜ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ, ਸ਼ਬਦ ਗੁਰੂ ਦੇ ਰੂਪ ਦੇ ਵਿੱਚ ਸਿੱਖ ਕੌਮ ਦੀ ਅਗਵਾਈ ਦਾ ਇੱਕ ਕੇਂਦਰ ਹੈ, ਉਸ ਦੇ ਅੰਦਰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਗੱਦੀ ਦੀ ਦਾਤ ਬਖਸ਼ਿਸ਼ ਕਰਦਿਆਂ ਸ਼ਬਦ ਗੁਰੂ ਨੂੰ ਉਹੀ ਸਰੂਪ ਰੱਖਿਆ, ਉਹੀ ਤਰਤੀਬ ਰੱਖੀ ਹੈ। ਇਹ ਮਹੱਤਤਾ ਹੈ ਜਪਜੀ ਸਾਹਿਬ ਜੀ ਦੀ। ਸੰਸਾਰ ਦੇ ਅੰਦਰ ਵਿਚਰਦੇ ਹਾਂ ਆਪਾਂ ਵੇਖਦੇ ਹਾਂ ਕਿ ਆਸਤਿਕ ਵੀ ਬਹੁ ਗਿਣਤੀ ਦੇ ਵਿੱਚ ਮਿਲਦੇ ਹੈ ਤੇ ਨਾਸਤਿਕ ਵੀ ਮਿਲਦੇ ਹੈ, ਜਿਹੜੇ ਪਰਮਾਤਮਾ ਤੋਂ ਦੂਰ ਨੇ, ਪਰਮਾਤਮਾ ਦੀ ਦਿੱਤੀ ਹੋਈ ਵਿਚਾਰ ਤੋਂ ਦੂਰ ਨੇ, ਜਿਹੜੇ ਸ਼ਬਦ ਗੁਰੂ ਦੇ ਸਿਧਾਂਤ ਤੋਂ ਦੂਰ ਨੇ, ਫਲਸਫੇ ਤੋਂ ਦੂਰ ਨੇ। ਜੇ ਸਾਰੇ ਧਰਮਾਂ ਦੀ ਗੱਲ ਕਰੀਏ, ਸੰਸਾਰ ਦੇ ਅੰਦਰ ਜਿਤਨੇ ਵੀ ਸਮਾਜ ਨੇ, ਜੇ ਉਸ ਨਜ਼ਰੀਏ ਨਾਲ ਇਸ ਨੂੰ ਵੇਖੀਏ ਤੇ ਸਾਨੂੰ ਹਰ ਧਰਮ ਦੇ ਅੰਦਰ ਲੋਕੀ ਆਸਤਿਕ ਬਿਰਤੀ ਵਾਲੇ ਵੀ ਨਜ਼ਰ ਆਉਣਗੇ ਤੇ ਨਾਸਤਿਕ ਬਿਰਤੀ ਵਾਲਿਆਂ ਦੀ ਵੀ ਘਾਟ ਕੋਈ ਨਹੀਂ ਹੈ। ਧਰਮ ਦੀ ਰੁਚੀ ਰੱਖਣ ਵਾਲੇ ਵੀ ਨਜ਼ਰ ਆਉਣਗੇ ਤੇ ਇਸ ਰੁਚੀ ਤੋਂ ਵਾਂਝੇ ਵੀ ਉਹਨਾਂ ਦੀ ਕੋਈ ਘਾਟ ਨਹੀਂ ਹੈ, ਜਿਨ੍ਹਾਂ ਲਈ ਗੁਰੂ ਸਾਹਿਬਾਨ ਨੇ ਬਾਣੀ ਦੇ ਅੰਦਰ ਅਨੇਕਾਂ ਸ਼ਬਦ ਜਿਹੜੇ ਵਰਤੇ ਨੇ, ਜਿਨ੍ਹਾਂ ਨੂੰ ਅਸੀਂ ਸਾਕਤ ਕਹਿੰਦੇ ਹਾਂ। ਸਾਕਤ ਪਰਮਾਤਮਾ ਤੋਂ ਟੁੱਟਾ ਹੋਇਆ ਮਨੁੱਖ। ਦੋ ਸ਼ਬਦਾਵਲੀਆਂ, ਗੁਰਮੁਖ, ਮਨਮੁਖ। ਸਾਕਤ ਹੈ, ਭਗਤ ਹੈ। ਇਸੇ ਤਰ੍ਹਾਂ ਆਪਾਂ ਹੋਰ ਵੀ ਜਦੋਂ ਬਾਣੀ ਦੀ ਵਿਚਾਰ ਅੱਗੇ ਕਰਾਂਗੇ ਤੇ ਸਾਡੇ ਸਾਹਮਣੇ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਆਉਣਗੇ। ਜਿਵੇਂ ਸੁਹਾਗਣ ਜੀਵ ਇਸਤਰੀ ਕਿਹਾ ਗੁਰੂ ਸਾਹਿਬਾਨ ਨੇ ਉਸ ਨੂੰ, ਜੋ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ। ਜਿਹੜੀ ਟੁੱਟੀ ਹੋਈ ਉਹਨੂੰ ਦੁਹਾਗਣ ਵੀ ਕਿਹਾ। ਇਸ ਤਰ੍ਹਾਂ ਦੀ ਸ਼ਬਦਾਵਲੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲੇਗੀ। ਹੁਣ ਇਹ ਆਸਤਿਕ ਤੇ ਨਾਸਤਿਕ ਬਿਰਤੀ ਵਾਲੇ, ਸਾਕਤ ਤੇ ਭਗਤ ਬਿਰਤੀ ਵਾਲੇ ਸਾਨੂੰ ਸੰਸਾਰ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਮਿਲਣਗੇ। ਉਸ ਪਾਸੇ ਵੀ ਗਿਣਤੀ ਬੜੀ ਹੈ, ਇਸ ਪਾਸੇ ਵੀ ਗਿਣਤੀ ਬੜੀ ਹੈ। ਉਹ ਗੱਲ ਵੱਖਰੀ, ਉਹ ਵਿਸ਼ਾ ਵੱਖਰਾ ਹੈ ਕਿ ਕਿਸੇ ਧਰਮ ਦੇ ਸਿਧਾਂਤ ਕਿਤਨੇ ਕੁ ਉੱਚ ਪਾਏ ਦੇ ਹਨ, ਉਹ ਵਿਸ਼ਾ ਨਹੀਂ ਸਾਡਾ। ਕਿਸੇ ਵੀ ਧਰਮ ਦੇ ਸਿਧਾਂਤ ਕਿਤਨੇ ਕੁ ਉੱਚ ਪਾਏ ਦੇ ਨੇ, ਉਹ ਵੱਖਰਾ ਇੱਕ ਵਿਸ਼ਾ ਹੈ। ਲੇਕਿਨ ਹਰ ਧਰਮ ਦੇ ਅੰਦਰ ਆਪਣੇ ਆਪਣੇ ਢੰਗ ਦੇ ਨਾਲ ਧਰਮ ਦੀ ਰੁਚੀ ਰੱਖਣ ਵਾਲੇ ਤੇ ਧਰਮ ਦੀ ਰੁਚੀ ਤੋਂ ਸਖਣੇ ਸਾਨੂੰ ਮਨੁੱਖ ਮਿਲ ਜਾਂਦੇ ਹੈ।
ਇਸੇ ਤਰ੍ਹਾਂ ਸਿੱਖ ਸਮਾਜ ਦੇ ਅੰਦਰ ਵੀ ਹੈ। ਮੈਂ ਮਹੱਤਤਾ ਦੀ ਗੱਲ ਕਰ ਰਿਹਾ ਜਪਜੀ ਸਾਹਿਬ ਜੀ। ਸਿੱਖ ਸਮਾਜ ਦੇ ਅੰਦਰ ਵੀ ਸਾਨੂੰ ਸਾਕਤ ਬੜੇ ਮਿਲ ਜਾਣਗੇ ਤੇ ਧਰਮ ਦੇ ਨਾਲ ਜੁੜੇ ਹੋਏ ਵੀ ਸਾਨੂੰ ਬਹੁ ਗਿਣਤੀ ਦੇ ਵਿੱਚ ਮਿਲ ਜਾਣਗੇ। ਹੁਣ ਜਿਹੜੇ ਸਾਕਤ ਬਿਰਤੀ ਵਾਲੇ ਮਨੁੱਖ ਨੇ, ਆਪਣੇ ਹੁਣ ਧਰਮ ਤੇ ਆਪਾਂ ਆਉਂਦੇ ਹਾਂ, ਜਿਹੜੇ ਸਾਕਤ ਬਿਰਤੀ ਵਾਲੇ ਮਨੁੱਖ ਨੇ, ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਨੇ, ਧਰਮ ਦੀ ਰੁਚੀ ਨਾ ਰੱਖਣ ਵਾਲੇ ਮਨੁੱਖ ਨੇ, ਜਦੋਂ ਅਸੀਂ ਵੇਖਦੇ ਹਾਂ ਉਹਨਾਂ ਦੇ ਜੀਵਨ ਤੋਂ ਸਾਨੂੰ ਕੋਈ ਗੁਰਬਾਣੀ ਦੀ ਉਹ ਰੋਸ਼ਨੀ, ਉਹ ਚਾਨਣ, ਉਹ ਸੇਧ ਸਾਨੂੰ ਨਹੀਂ ਮਿਲਦੀ, ਕਿਉਂਕਿ ਧਰਮ ਤੋਂ ਸੱਖਣੇ ਨੇ। ਲੇਕਿਨ ਉਹ ਸਾਕਤ ਮਨੁੱਖ ਵੀ, ਪਰਮਾਤਮਾ ਤੋਂ ਟੁੱਟਿਆ ਹੋਇਆ ਇੱਕ ਸਿੱਖ ਵੀ ਜਿਹੜਾ ਹੈ, ਜਦੋਂ ਕਿਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੋਵੇ ਨਾ, ਤੇ ਉਹ ਵਾਹਿਗੁਰੂ ਜ਼ਰੂਰ ਕਰਦਾ। ਅਕਸਰ ਆਪਾਂ ਦੇਖਦੇ ਹਾਂ ਠੰਡੇ ਪਾਣੀ ਨਾਲ ਆਪਾਂ ਇਸ਼ਨਾਨ ਕਰਦੇ ਹਾਂ ਤਾਂ ਵਾਹਿਗੁਰੂ ਆਪਣੇ ਆਪ ਨਿਕਲ ਜਾਂਦਾ। ਤੇ ਐਸੇ ਮਨੁੱਖ ਵੀ ਜਿਹੜੇ ਨੇ ਉਹ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਦਿਆਂ ਤੁਸੀਂ ਉਹਨਾਂ ਨੂੰ ਸੁਣੋਗੇ, ਜ਼ਰੂਰ ਸੁਣੋਗੇ। ਜੇ ਤੁਸੀਂ ਕਿਸੇ ਸਾਕਤ ਮਨੁੱਖ ਦੇ ਕੋਲ ਬੈਠੇ ਹੋਵੋ, ਅੰਮ੍ਰਿਤ ਵੇਲੇ ਉਹ ਕਿਤੇ ਇਸ਼ਨਾਨ ਕਰਦਾ ਹੋਵੇ, ਤੇ ਜ਼ਰੂਰ ਜਪਜੀ ਸਾਹਿਬ ਜੀ ਦਾ ਪਾਠ ਕਰਦਿਆਂ ਤੁਸੀਂ ਉਹਨੂੰ ਸੁਣੋਗੇ। ਭਾਵੇਂ ਉਹ ਇੱਕ ਪੌੜੀ, ਦੋ ਪੌੜੀਆਂ ਹੀ ਕਰੇ, ਪੂਰਾ ਜਪਜੀ ਸਾਹਿਬ ਉਸ ਨੂੰ ਯਾਦ ਨਾ ਹੋਵੇ, ਲੇਕਿਨ ਫਿਰ ਵੀ ਜਪਜੀ ਸਾਹਿਬ ਦਾ ਉਹ ਕੁਝ ਨਾ ਕੁਝ ਪੌੜੀਆਂ ਦਾ ਪਾਠ, ਤਕਰੀਬਨ ਮੇਰੇ ਹਿਸਾਬ ਦੇ ਨਾਲ ਜੇ ਕੋਈ ਬਿਲਕੁਲ ਹੀ ਟੁੱਟਾ ਹੋਇਆ ਮਨੁੱਖ ਹੈ, ਫਿਰ ਵੀ ਉਸ ਨੂੰ 5 ਪੌੜੀਆਂ ਦਾ ਪਾਠ ਜਪਜੀ ਸਾਹਿਬ ਜੀ ਦਾ ਜ਼ਰੂਰ ਆਉਂਦਾ ਹੈ, ਜਿਹੜਾ ਬਿਲਕੁਲ ਟੁੱਟਾ ਹੋਇਆ ਮਨੁੱਖ ਹੈ। ਕਿਉਂਕਿ ਜਪਜੀ ਸਾਹਿਬ ਸਾਡੀ ਜ਼ੁਬਾਨ ਤੇ ਚੜਿਆ ਹੋਇਆ ਹੈ, ਬੱਚੇ ਬੱਚੇ ਦੀ ਜ਼ੁਬਾਨ ਤੇ ਚੜਿਆ ਹੋਇਆ ਹੈ। ਸਾਕਤ ਮਨੁੱਖ ਦੀ ਜ਼ੁਬਾਨ ਦੇ ਉੱਪਰ ਵੀ ਜਪਜੀ ਸਾਹਿਬ ਚੜਿਆ ਹੋਇਆ। ਗੱਲ ਵੱਖਰੀ ਹੈ ਕਿ ਉਹ ਪੂਰੀ ਜਪਜੀ ਸਾਹਿਬ ਜੀ ਦੀ ਬਾਣੀ ਸ਼ਾਇਦ ਉਸ ਨੂੰ ਕੰਠ ਨਾ ਵੀ ਹੋਵੇ। ਇਸ ਲਈ ਇਸ ਬਾਣੀ ਦੀ ਮਹੱਤਤਾ ਮੈਂ ਤਾਂ ਕਹਿ ਰਿਹਾ ਕਿ ਕੋਈ ਕਿਸੇ ਵੀ ਬਿਰਤੀ ਵਾਲਾ ਹੋਵੇ, ਉਹ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਦਾ ਹੈ। ਤੇ ਸੰਸਾਰ ਦੇ ਇਤਿਹਾਸ ਦੇ ਵਿੱਚ ਤੁਹਾਨੂੰ ਜੇ ਆਪਾਂ ਥੋੜ੍ਹਾ ਜਿਹਾ ਹੋਰ ਬਰਾਡਰ ਐਸਪੈਕਟ ਦੇ ਵਿੱਚ ਵੇਖੀਏ, ਤੇ ਸ਼ਾਇਦ ਸੰਸਾਰ ਦੇ ਇਤਿਹਾਸ ਦੇ ਵਿੱਚ ਵਾਹਿਦ ਐਸੀ ਬਾਣੀ ਹੈ ਜਪਜੀ ਸਾਹਿਬ, ਜਿਸ ਦੇ ਟੀਕੇ ਵੀ ਅਣਗਿਣਤ ਨੇ। ਔਰ ਕੇਵਲ ਸਿੱਖ ਵਿਦਵਾਨਾਂ ਨੇ ਹੀ ਨਹੀਂ, ਜਿਹੜੇ ਗੈਰ ਸਿੱਖ ਵਿਦਵਾਨ ਨੇ ਉਹਨਾਂ ਨੇ ਵੀ ਇਸ ਬਾਣੀ ਦਾ ਟੀਕਾ ਕੀਤਾ ਹੋਇਆ। ਅੱਜ ਆਪਾਂ ਕੇਵਲ ਜਪਜੀ ਸਾਹਿਬ ਜੀ ਦੀ ਸਮੁੱਚੀ ਇੱਕ ਵਿਚਾਰ ਦੇ ਰੂਪ ਦੇ ਵੀ ਇਹ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ। ਕੱਲ ਅਗਲੇ ਐਤਵਾਰ ਤੋਂ ਭਾਵ ਅਗਲੇ ਐਤਵਾਰ ਨੂੰ ਮੂਲ ਮੰਤਰ, ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਪੌੜੀ ਦਰ ਪੌੜੀ ਦੀ ਵਿਚਾਰ ਕਰਨਾ ਆਰੰਭ ਕਰਾਂਗੇ। ਅੱਜ ਜਪਜੀ ਸਾਹਿਬ ਜੀ ਦੇ ਸਮੁੱਚੇ ਇੱਕ ਭਾਵ ਆਪਾਂ ਲੈ ਰਹੇ ਹਾਂ, ਉਸ ਦੇ ਸਰੂਪ ਦੀ ਗੱਲ ਕਰ ਰਹੇ ਹਾਂ। ਜਪਜੀ ਸਾਹਿਬ ਹੈ ਕੀ ਹੈ, ਕਿਸ ਤਰ੍ਹਾਂ ਦੀ ਰਚਨਾ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ, ਉਹ ਇੱਕ ਸਮੁੱਚਾ ਭਾਵ ਤੁਹਾਡੇ ਸਨਮੁਖ ਰੱਖਿਆ ਜਾ ਰਿਹਾ। ਤੋ ਆਪਾਂ ਗੱਲ ਕਰ ਰਹੇ ਸਾਂ ਕਿ ਹਰ ਇੱਕ ਸਿੱਖ ਦੀ ਜ਼ੁਬਾਨ 'ਤੇ ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬੁਢੇਪੇ ਦੀ ਅਵਸਥਾ ਦੇ ਵਿੱਚ ਹੈ, ਜਪਜੀ ਸਾਹਿਬ ਸਾਡੀ ਜ਼ੁਬਾਨ 'ਤੇ ਚੜ੍ਹੀ ਹੋਈ ਹੈ। ਅਤੇ ਵਿਦਵਾਨ, ਗੈਰ ਸਿੱਖ ਵਿਦਵਾਨਾਂ ਨੇ ਵੀ ਇਸ ਬਾਣੀ ਦੇ ਬਹੁਤ ਸਾਰੇ ਟੀਕੇ ਕੀਤੇ ਹੋਏ ਹੈ। ਇਸ ਲਈ ਜਪਜੀ ਸਾਹਿਬ ਜੀ ਦੀ ਮਹੱਤਤਾ ਆਪਣੇ ਆਪ ਦੇ ਵਿੱਚ ਬਹੁਤ ਹੈ। ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣਾ ਹੋਵੇ, ਤੇ ਪਹਿਲਾਂ ਜਪਜੀ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਾਨੂੰ ਸਮਝਣਾ ਪਏਗਾ। ਜਦੋਂ ਅਸੀਂ ਜਪਜੀ ਸਾਹਿਬ ਜੀ ਦੀ ਵਿਚਾਰ ਕਰਦੇ ਹਾਂ ਤਾਂ 3 ਨੁਕਤੇ ਸਾਡੇ ਸਾਹਮਣੇ ਆਉਂਦੇ ਹੈ। ਇੱਕ ਤੇ ਆਪਾਂ ਜਦੋਂ ਵੇਖਦੇ ਹਾਂ ਕਿ ਜਪ ਇੱਕ ਦਾ ਸਿਰਲੇਖ ਹੈ, ਹੈਡਿੰਗ ਹੈ, ਜਿਸ ਦੀ ਗੱਲ ਆਪਾਂ ਕੀਤੀ ਹੈ। ਇੱਕ ਸਿਰਲੇਖ ਹੈ ਜਪ। ਇਤਨੀ ਡੂੰਘਾਈ ਵਾਲਾ ਇਹ ਸਿਰਲੇਖ, ਜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਅਸੀਂ ਖੋਲ੍ਹਦੇ ਹਾਂ, ਘਰਾਂ ਦੇ ਵਿੱਚ ਸਹਿਜ ਪਾਠ ਅਸੀਂ ਕਰਦੇ ਹਾਂ, ਸੈਂਚੀਆਂ ਤੋਂ ਵੀ ਕਰਦੇ ਹਾਂ, ਕਈ ਗੁਰੂ ਗ੍ਰੰਥ ਸਾਹਿਬ ਤੋਂ ਵੀ ਕਰਦੇ ਆ, ਗੁਰਦੁਆਰਾ ਸਾਹਿਬ ਆ ਕੇ ਆਪਣਾ ਨੇਮ ਬਣਾਇਆ ਉਹਨਾਂ ਨੇ। ਜਾਂ ਅਸੀਂ ਘਰ ਦੇ ਵਿੱਚ ਕੋਈ ਕਾਰਜ ਕਰਦੇ ਹਾਂ, ਧਾਰਮਿਕ ਤਲ 'ਤੇ, ਸਮਾਜਿਕ ਤਲ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਾਂ। ਅਤੇ ਜਦੋਂ ਵੀ ਅਸੀਂ ਹੁਕਮਨਾਮਾ ਲੈਣ ਤੋਂ ਬਾਅਦ ਆਰੰਭਤਾ ਬਾਣੀ ਦੀ ਕਰਦੇ ਹਾਂ, ਅਤੇ ਸਭ ਤੋਂ ਪਹਿਲਾਂ ਮੂਲ ਮੰਤਰ ਤੋਂ ਬਾਅਦ ਜਪ ਆਰੰਭ ਹੁੰਦਾ ਹੈ। ਇਸ ਦਾ ਸਿਰਲੇਖ ਸਾਡੇ ਸਾਹਮਣੇ ਆਉਂਦਾ ਹੈ। ਬੜਾ ਇੱਕ ਡੂੰਘਾ ਸਿਰਲੇਖ ਹੈ। ਗੱਲ ਵੱਖਰੀ ਹੈ ਕਿ ਅਸੀਂ ਪੜ੍ਹ ਕੇ ਅੱਗੇ ਨਿਕਲ ਜਾਂਦੇ ਹਾਂ। ਹੁਣ ਇਸੇ ਲਈ ਮਹੱਤਤਾ ਦੀ ਮੈਂ ਗੱਲ ਕਰ ਰਿਹਾ ਸੀ ਕਿ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿੱਚੋਂ ਪਹਿਲੀ ਬਾਣੀ। ਨਾਨਕ ਪਾਤਸ਼ਾਹ ਜੀ ਨੇ ਇਤਨਾ ਡੂੰਘਾਈ ਵਾਲਾ ਰੱਖਿਆ ਹੈ। ਜਪ ਤੋਂ ਭਾਵ ਹੁੰਦਾ ਹੈ ਸਿਮਰਨ। ਭਾਈ ਕਾਹਨ ਸਿੰਘ ਜੀ ਨਾਭਾ ਇਸ ਦੀ ਵਿਆਖਿਆ ਬੜੀ ਕਰਦੇ ਹੈ। ਸਿਮਰਨ ਸਾਡੀ ਚਿੰਤਨ ਸ਼ਕਤੀ ਦੇ ਵਿੱਚ
ਯਾਦ ਕਿਸੇ ਦੀ, ਪਰਮਾਤਮਾ ਨੂੰ ਯਾਦ ਕਰਨਾ, ਉਸ ਦਾ ਸਿਮਰਨ ਕਰਨਾ, ਉਸ ਨੂੰ ਚੇਤਾ ਕਰਨਾ, ਉਸ ਨੂੰ ਧਿਆਉਣਾ, ਉਸ ਨੂੰ ਜਪਣਾ, ਬਹੁਤ ਸਾਰੇ ਅਸੀਂ ਅਰਥ ਜਪ ਦੇ ਕਰ ਸਕਦੇ ਹਾਂ। ਤੇ ਜਦੋਂ ਸਿਰਲੇਖ ਸਾਡੇ ਸਾਹਮਣੇ ਆਉਂਦਾ ਹੈ, ਤੇ ਜੇ ਆਪਾਂ ਸੈਂਸਿਟਿਵ ਵੇ ਦੇ ਨਾਲ ਸੋਚੀਏ, ਮੈਂ ਇਸ ਲਈ ਕਿਹਾ ਸੀ ਨਾ, ਦੁਖਾਂਤ ਸਾਡਾ ਇਹ ਹੈ ਕਿ ਆਪਾਂ ਜਦੋਂ ਸਵੇਰੇ ਇਸ਼ਨਾਨ ਕਰਦੇ ਹਾਂ ਨਾ, ਬਾਥਰੂਮ ਦੇ ਅੰਦਰ, ਵਾਸ਼ਰੂਮ ਦੇ ਅੰਦਰ ਇਸ਼ਨਾਨ ਕਰਦਿਆਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਬਾਹਰ ਜਦੋਂ ਨਿਕਲਦੇ ਹਾਂ ਤੇ 38 ਪੌੜੀਆਂ ਦਾ ਪਾਠ ਹੋ ਚੁੱਕਾ ਹੁੰਦਾ। ਦੁਖਾਂਤ ਹੈ ਸਾਡਾ। ਪਾਠ ਆਪਾਂ ਕਰ ਚੁੱਕੇ ਹੁੰਦੇ ਹਾਂ, ਕਿਸ ਵੇਲੇ ਪਤਾ ਨਹੀਂ ਲੱਗਦਾ ਕਿ ਅਸੀਂ ਅੰਤਮ ਸ਼ਲੋਕ ਤੇ ਪੁੱਜੇ ਹੋਏ ਹਾਂ, ਕਿਉਂਕਿ ਮਨ ਦੀ ਇਕਾਗਰਤਾ ਨਹੀਂ ਹੁੰਦੀ। ਮਨ ਕਿਤੇ ਹੋਰ ਹੁੰਦਾ ਹੈ, ਸੁਰਤੀ ਬਿਰਤੀ ਕਿਤੇ ਹੋਰ ਹੁੰਦੀ ਹੈ, ਤੇ ਫਾਰਮੈਲਿਟੀ ਸੇਕ ਆਪਾਂ ਜਪਜੀ ਸਾਹਿਬ ਜੀ ਦਾ ਪਾਠ ਕਰ ਚੁੱਕੇ ਹੁੰਦੇ ਹਾਂ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ 38 ਪੌੜੀਆਂ ਕਿਸ ਵੇਲੇ ਨਿਕਲ ਗਈਆਂ। ਲੇਕਿਨ ਕਦੀ ਅਸੀਂ ਇਸ ਸਿਰਲੇਖ ਵਾਲੇ ਪਾਸੇ ਸੋਚਿਆ ਨਹੀਂ ਹੋਣਾ ਕਿ ਕਿਉਂ ਡੂੰਘਾ ਇਤਨਾ ਸਿਰਲੇਖ ਗੁਰੂ ਸਾਹਿਬ ਨੇ ਰੱਖਿਆ। ਇਹ ਇੱਕ ਸਾਡੇ ਸਾਹਮਣੇ ਸਵਾਲ ਹੈ। ਆਪਾਂ ਕਹਿੰਦੇ ਨੇ ਹਰ ਤੁਕ ਦੀ ਵਿਚਾਰ ਹੋਣੀ ਚਾਹੀਦੀ ਹੈ, ਤਾਂ ਹੀ ਸਾਨੂੰ ਗਿਆਨ ਦਾ ਉਹ ਫਲਸਫਾ ਸਾਡੇ ਵਿਚਾਰ ਗੋਚਰੇ ਸਾਡੀ ਨਜ਼ਰ ਦੇ ਸਾਹਮਣੇ ਆਏਗਾ। ਜਪ ਦਾ ਇਤਨਾ ਸਿਰਲੇਖ ਕਿਉਂ ਰੱਖਿਆ ਗੁਰੂ ਸਾਹਿਬਾਨ? ਜਪ ਗੁਰੂ ਸਾਹਿਬ ਕਹਿੰਦੇ ਹੈ ਕਿ ਗੁਰਮਤਿ ਆਸ਼ੇ ਅਨੁਸਾਰ, ਗੁਰਮਤਿ ਦੇ ਫਲਸਫੇ ਅਨੁਸਾਰ ਸਿੱਖ ਦੇ ਜੀਵਨ ਦਾ ਆਧਾਰ ਜਪ ਹੈ, ਸਿਮਰਨ ਹੈ। ਸਾਡੀ ਚਿੰਤਨ ਸ਼ਕਤੀ ਦੇ ਵਿੱਚ ਪਰਮਾਤਮਾ ਦੀ ਯਾਦ ਹਰ ਵੇਲੇ ਵਸੀ ਰਵੇ, ਇਹ ਸਾਡੇ ਜੀਵਨ ਦਾ ਆਧਾਰ ਹੈ। ਉਸ ਪਰਮਾਤਮਾ ਨੂੰ ਯਾਦ ਕਰਨਾ ਜੋ ਸਾਡੇ ਜੀਵਨ ਦਾ ਲਕਸ਼ ਹੈ, ਇਹ ਸਾਡੇ ਜੀਵਨ ਦਾ ਆਧਾਰ ਹੈ। ਅਸੀਂ ਸੰਸਾਰ ਦੇ ਵਿੱਚ ਆਏ ਹਾਂ ਕੇਵਲ ਜਪ ਕਰਨ ਦੇ ਲਈ, ਇਸ ਲਈ ਗੁਰੂ ਸਾਹਿਬਾਨ ਨੇ ਇਸ ਦਾ ਸਿਰਲੇਖ ਹੀ ਜਪ ਰੱਖਿਆ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਕੋਈ ਵੀ ਕੰਮ ਕਰਦੇ ਹੋਈਏ, ਅਸੀਂ ਉੱਠਦੇ ਹਾਂ, ਬੈਠਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ, ਆਪਣੀ ਕਿਰਤਕਾਰ ਕਰਦੇ ਹਾਂ, ਕਿਤੇ ਦੁਕਾਨ 'ਤੇ ਬੈਠੇ ਹੋਈਏ, ਕਿਤੇ ਗੱਡੀ ਚਲਾ ਰਹੀ ਹੋਈਏ, ਕਿਸੇ ਆਫਿਸ ਦੇ ਵਿੱਚ ਬੈਠੇ ਹੋਈਏ, ਜਾਂ ਕੋਈ ਹੋਰ ਕਿਰਤ ਕਰਦਿਆਂ, ਜਾਂ ਆਮ ਕਿਤੇ ਵੀ ਬੈਠੇ ਹੋਈਏ, ਇਕਾਂਤਵਸ ਹੋਈਏ, ਕਿਸੇ ਸਭਾ ਸੁਸਾਇਟੀ ਵਿੱਚ ਹੋਈਏ, ਤੇ ਸਾਡਾ ਜੀਵਨ ਦਾ ਆਧਾਰ ਹੈ ਜਪ। ਇਸ ਲਈ ਇਹ ਸਿਰਲੇਖ ਰੱਖਿਆ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਹ ਸਾਡੇ ਜੀਵਨ ਦਾ ਆਧਾਰ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹੜੀ ਗੱਲ ਕਹੀ ਸੀ? ਜਪ ਦੇ ਸੰਬੰਧਤ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਮੈਂ ਸੱਚੇ ਪਾਤਸ਼ਾਹ ਤੇਰਾ ਨਾਮ ਜਪਦਾ ਹਾਂ, ਤੇਰਾ ਨਾਮ ਆਖਦਾ ਹਾਂ, ਤੈਨੂੰ ਆਪਣੀ ਚਿੰਤਨ ਸ਼ਕਤੀ ਦੇ ਵਿੱਚ ਯਾਦ ਕਰਕੇ ਰੱਖਦਾ, ਤੇ ਮੇਰਾ ਆਤਮਿਕ ਜੀਵਨ ਕਾਇਮ ਹੈ, ਨਹੀਂ ਤਾਂ ਮੇਰਾ ਜੀਵਨ ਨਹੀਂ, ਮੇਰੀ ਆਤਮਿਕ ਮੌਤ ਹੈ। ਜਪ ਇਸ ਲਈ ਗੁਰੂ ਸਾਹਿਬਾਨ ਨੇ ਇਤਨਾ ਡੂੰਘਾ ਇਹ ਰੱਖਿਆ ਕਿ ਜਦੋਂ ਵੀ ਸਿੱਖ ਅੰਮ੍ਰਿਤ ਵੇਲੇ ਉੱਠੇ ਤੇ ਜਪਜੀ ਸਾਹਿਬ ਦੀ ਬਾਣੀ ਦੀ ਆਰੰਭਤਾ ਕਰੇ, ਤੇ ਉਹਨੂੰ ਅਹਿਸਾਸ ਉਸਦੇ ਸਾਹਮਣੇ ਆਏ ਕਿ ਸੱਚੇ ਪਾਤਸ਼ਾਹ ਮੇਰੇ ਜੀਵਨ ਦਾ ਆਧਾਰ ਜਪ ਹੈ, ਤੇਰੇ ਸਿਮਰਨ ਤੋਂ ਬਿਨਾ ਮੇਰਾ ਜੀਵਨ ਨਹੀਂ, ਕੁਝ ਨਹੀਂ ਹੈ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਕਹਿੰਦੇ ਜੇ ਇਸ ਜੀਵਨ ਦੇ ਵਿੱਚ ਵਿਚਰਦਿਆਂ ਉਸ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਨਹੀਂ ਹੋ ਸਕਿਆ, ਸੱਚੇ ਪਾਤਸ਼ਾਹ ਮੈਂ ਤੈਨੂੰ ਪ੍ਰਾਪਤ ਨਹੀਂ ਕਰ ਸਕਿਆ, ਤੇਰੇ ਵਿੱਚ ਮੇਰੀ ਲੀਨਤਾ ਨਹੀਂ ਹੋ ਸਕੀ, ਤੇ ਮੇਰਾ ਖਾਣਾ ਪੀਣਾ ਪਹਿਨਣਾ ਸੌਣਾ ਜਾਗਣਾ ਸਭ ਕੁਝ ਤ੍ਰਿਕਾਰ ਹੈ। ਇਸ ਲਈ ਜੀਵਨ ਦਾ ਆਧਾਰ ਜਪ ਹੈ। ਇਸ ਇਤਨਾ ਡੂੰਘਾ ਫਲਸਫਾ ਸਾਨੂੰ ਦਿੱਤਾ ਜਪ ਰਾਹੀਂ। ਤੇ ਜਪ ਤੇ ਹੀ ਬੋਲਣਾ ਹੋਵੇ ਤੇ ਕਈ ਘੰਟਿਆਂ ਬਾਅਦ ਹੀ ਆਪਾਂ ਬੋਲ ਸਕਦੇ ਹਾਂ, ਲੇਕਿਨ ਸਾਡੇ ਕੋਲ ਸਮੇਂ ਦੀ ਸੀਮਾ ਹੈ। ਦੂਸਰਾ ਹੈ ਸਾਡੇ ਕੋਲ ਕਿ ਇਸ ਬਾਣੀ ਨੂੰ ਪਹਿਲੀ ਥਾਂ ਕਿਉਂ ਬਖਸ਼ਿਸ਼ ਕੀਤੀ ਹੈ, ਔਰ ਇਹਨਾਂ ਤਿੰਨਾਂ ਜਿਹੜੇ ਪ੍ਰਸ਼ਨ ਨੇ ਸਾਡੇ ਸਾਹਮਣੇ, ਜਪ ਕਿਉਂ ਪਹਿਲੀ ਬਾਣੀ ਦੇ ਰੂਪ ਦੇ ਵਿੱਚ ਕਿਉਂ ਦਰਜ ਕੀਤਾ, ਤੇ ਇਸ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਕੀ ਹੈ। ਤਿੰਨੇ ਜਿਹੜੇ ਪ੍ਰਸ਼ਨ ਨੇ ਇੱਕ ਦੂਜੇ ਦੇ ਨਾਲ ਰਿਲੇਟਡ ਨੇ, ਇੰਟਰ ਰਿਲੇਟਡ ਕੁਐਸਚਨ ਅਸੀਂ ਕਹਿ ਸਕਦੇ ਹਾਂ, ਇੰਟਰ ਰਿਲੇਟਡ, ਤੇ ਇੱਕ ਦੂਜੇ ਦੇ ਵਿੱਚੋਂ ਹੀ ਸਾਨੂੰ ਉੱਤਰ ਮਿਲਦਾ ਇਹਨਾਂ ਦਾ। ਜਪ ਸਾਡੇ ਜੀਵਨ ਦਾ ਆਧਾਰ ਹੈ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰੂਬਰੂ ਹੋਵੇ, ਜਦੋਂ ਮੈਂ ਸਵੇਰੇ ਆਪਣਾ ਗੁਟਕਾ ਖੋਲ ਕੇ ਪਾਠ ਕਰਾਂ ਤੇ ਮੈਨੂੰ ਪਤਾ ਲੱਗੇ ਕਿ ਜਪ ਮੇਰੇ ਜੀਵਨ ਦਾ ਆਧਾਰ ਹੈ, ਬਾਈ ਤੇਰੇ ਜੀਵਨ ਦੀ ਆਰੰਭਤਾ ਹੀ ਜਪ ਦੇ ਨਾਲ ਹੋਣੀ ਹੈ। ਇਸੇ ਲਈ ਖੋਲਦਿਆਂ ਹੀ ਗੁਟਕਾ ਜਪ ਮੇਰੀ ਨਜ਼ਰਾਂ ਦੇ ਸਾਹਮਣੇ ਆਉਂਦਾ ਹੈ, ਤੇ ਮੈਨੂੰ ਪਤਾ ਲੱਗਦਾ ਹੈ ਕਿ ਨਹੀਂ, ਮੈਂ ਇਸ ਤੋਂ ਬਗੈਰ ਨਹੀਂ ਰਹਿ ਸਕਦਾ। ਇਸੇ ਲਈ ਇਸ ਬਾਣੀ ਨੂੰ ਇਹ ਸਿਰਲੇਖ ਦੇ ਕੇ ਸਭ ਤੋਂ ਪਹਿਲੀ ਬਾਣੀ ਦੇ ਰੂਪ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ।
ਕਿ हे ਸਿੱਖ, हे ਮੇਰੇ ਗੁਰਸਿੱਖਾ, ਜਦੋਂ ਵੀ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰੂਬਰੂ ਹੋਵੇਂ ਤੇ ਤੈਨੂੰ ਇਹ ਪਤਾ ਲੱਗੇ ਕਿ ਤੂੰ ਜਪ ਤੋਂ ਵਾਂਝਿਆ ਨਹੀਂ ਰਹਿਣਾ, ਜਪ ਤੋਂ ਬਿਨਾਂ ਤੇਰੇ ਜੀਵਨ ਦਾ ਕੋਈ ਆਧਾਰ ਨਹੀਂ ਹੈ। ਇਸ ਲਈ ਇਹ ਪਹਿਲੀ ਬਾਣੀ ਦੇ ਰੂਪ ਦੇ ਵਿੱਚ ਇਸ ਨੂੰ ਦਰਜ ਕੀਤਾ। ਦੂਜਾ ਜੋ ਅਸੀਂ ਇਹ ਲੈ ਸਕਦੇ ਹਾਂ ਕਿ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੀ ਬਾਣੀ ਦੇ ਰੂਪ ਦੇ ਵਿੱਚ ਕਿਉਂ ਦਰਜ ਕੀਤਾ। ਜਿਹੜਾ ਅਸੀਂ ਇਹ ਵਿਚਾਰ ਕੀਤੀ ਸੀ ਨਾ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਹੋਵੇ, ਇੱਕ ਨਿਰੰਕਾਰ ਨੂੰ ਸਮਝਣਾ ਹੋਵੇ, ਤੇ ਸਾਨੂੰ ਜਪਜੀ ਸਾਹਿਬ ਜੀ ਨੂੰ ਪਹਿਲਾਂ ਸਮਝਣਾ ਪਏਗਾ। ਇਸੇ ਲਈ ਜਪ ਨੂੰ ਪਹਿਲੀ ਬਾਣੀ ਦੇ ਰੂਪ ਦੇ ਵਿੱਚ ਦਰਜ ਕੀਤਾ, ਕਿਉਂਕਿ ਇਹ ਜਿੱਥੇ ਸਾਡੇ ਅਧਿਆਤਮਕ ਜੀਵਨ ਦੀ ਸਿਖਰਤਾ ਹੈ, ਸੱਚਖੰਡ ਵਸੈ ਨਿਰੰਕਾਰ, ਉਸ ਸੱਚਖੰਡ ਤੱਕ ਆਪਾਂ ਜਾਣਾ ਹੈ, ਜਿਹੜਾ ਇੱਕ ਫਲਸਫਾ ਹੈ, ਜਿੱਥੇ ਸੱਚ ਦਾ ਖਾਣਾ, ਸੱਚ ਦਾ ਪੀਣਾ, ਸੱਚ ਦਾ ਪਹਿਨਣਾ, ਸੱਚ ਦੇ ਆਧਾਰਿਤ ਜ਼ਿੰਦਗੀ ਜਿਉਣਾ, ਸੱਚ ਦਾ ਵਰਤੋਂ ਵਿਹਾਰ, ਸੱਚ ਦੀ ਮੇਰੀ ਕਮਾਈ, ਸੱਚ ਦਾ ਹੀ ਮੇਰਾ ਦੂਜਿਆਂ ਦੇ ਨਾਲ ਵਰਤੋਂ ਵਿਹਾਰ ਹੋ ਜਾਏ, ਉਹ ਸਾਡਾ ਇੱਕ ਸੱਚਖੰਡ ਹੈ। ਉੱਥੇ ਲੈ ਜਾਣ ਤੱਕ ਸਹਾਇਕ ਸਾਨੂੰ ਕੇਵਲ ਜਪਜੀ ਹੈ। ਇਸੇ ਲਈ ਇਹ ਮਹਾਨ ਫਲਸਫਾ ਇਸ ਬਾਣੀ ਦੇ ਅੰਦਰ ਦਰਜ ਕਰਕੇ ਗੁਰੂ ਸਾਹਿਬਾਨ ਨੇ ਇਸ ਬਾਣੀ ਨੂੰ ਹੀ ਸਭ ਤੋਂ ਪਹਿਲੀ ਥਾਂ ਬਖਸ਼ਿਸ਼ ਕੀਤੀ। ਤੀਜਾ ਨੁਕਤਾ ਜਿਹੜਾ ਇਸ ਬਾਣੀ ਨੂੰ ਪਹਿਲੀ ਥਾਂ ਦੇਣ ਦਾ, ਉਹ ਜੋ ਦਾਸ ਦੇ ਵਿਚਾਰ ਗੋਚਰੇ ਆਉਂਦਾ ਹੈ, ਤੇ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਸਟੱਡੀ ਸਰਕਲ ਦੇ ਨਾਲ ਸੰਬੰਧਿਤ ਵੀਰ ਭੈਣ ਨੇ ਜਦੋਂ ਅਸੀਂ ਵਿਚਾਰ ਕਰਦੇ ਹਾਂ, ਸਾਡੇ ਸਾਹਮਣੇ ਇੱਕ ਵਿਚਾਰ ਆਈ ਕਿ ਤੀਜਾ ਨੁਕਤਾ ਕੀ ਲੈ ਸਕਦੇ ਹਾਂ ਆਪਾਂ। ਉਹ ਨੁਕਤਾ ਆਪਾਂ ਵਿਚਾਰਿਆ ਕਿ ਜਪਜੀ ਸਾਹਿਬ ਜੀ ਨੂੰ ਪਹਿਲੀ ਥਾਂ ਬਖਸ਼ਣ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਾਇਦ ਸੋਚ ਇਹ ਹੋਵੇਗੀ, ਕਿਉਂਕਿ ਆਪਾਂ ਦਾਅਵਾ ਨਹੀਂ ਕਰਦੇ, ਕਿਉਂਕਿ ਗੁਰੂ ਸਾਹਿਬਾਨ ਨੇ ਜੋ ਸਿਧਾਂਤ ਸਾਨੂੰ ਦਿੱਤਾ, ਆਪਾਂ ਤੇ ਆਪਣੀ ਤੁੱਛ ਬੁੱਧੀ ਅਨੁਸਾਰੀ ਵਿਆਖਿਆ ਕਰ ਰਹੇ ਹਾਂ। ਗੁਰੂ ਸਾਹਿਬਾਨ ਨੇ ਜਿਸ ਤਲ ਤੇ ਬੈਠ ਕੇ ਬਾਣੀ ਦੀ ਰਚਨਾ ਕੀਤੀ, ਆਪਾਂ ਉੱਥੇ ਤੱਕ ਨਹੀਂ ਜਾ ਸਕਦੇ, ਸਾਡੀ ਸੁਰਤੀ ਬਿਰਤੀ ਉੱਥੇ ਤੱਕ ਨਹੀਂ ਜਾ ਸਕਦੀ। ਲੇਕਿਨ ਇੱਕ ਸਵਾਲ ਸਾਡੇ ਸਾਹਮਣੇ ਸੀ ਕਿ ਸੱਚੇ ਪਾਤਸ਼ਾਹ ਪਹਿਲੀ ਬਾਣੀ ਦੇ ਰੂਪ ਦੇ ਵਿੱਚ ਹੀ ਕਿਉਂ ਦਰਜ ਕੀਤਾ, ਤੇ ਇੱਕ ਨੁਕਤਾ ਇਸ ਦਾ ਉੱਤਰ ਲੱਭਣ ਦੇ ਵਿੱਚ ਸਾਡੇ ਸਾਹਮਣੇ ਇੱਕ ਵਿਚਾਰ ਆਈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੋਚਿਆ ਹੋਣਾ ਕਿ ਸਿੱਖੀ ਦਾ ਮੂਲ ਗੁਰੂ ਨਾਨਕ ਹੈ। ਜਿਵੇਂ ਉਹ ਗੁਰੂ ਅਰਜਨ ਪਾਤਸ਼ਾਹ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੰਬੋਧਨ ਹੁੰਦੇ ਨਾ, ਤੇ ਕਹਿੰਦੇ ਆ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਵਾਸ ਨਾ ਭਰਿਆ ਰੇ। ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੇਖਿਆ, ਅੱਜ ਆਪਾਂ ਗੁਰੂ ਨਾਨਕ ਨੂੰ ਨਹੀਂ ਵੇਖ ਸਕਦੇ, ਕਿੱਥੋਂ ਵੇਖਣਾ, ਕਿੱਥੋਂ ਦੀਦਾਰ ਕਰਨਾ ਹੈ, ਉਹਨਾਂ ਦੀ ਬਾਣੀ ਦੇ ਵਿੱਚੋਂ। ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਿਆ, ਸੁਣਿਆ, ਉਸ ਦੀ ਵਿਚਾਰ ਕੀਤੀ, ਉਹਨਾਂ ਦਾ ਤਾਂ ਜਨਮ ਮਰਨ ਹੀ ਕੱਟਿਆ ਗਿਆ। ਤੇ ਐਸਾ ਜਿਹੜਾ ਸਿੱਖੀ ਦਾ ਮੂਲ ਹੈ ਗੁਰੂ ਨਾਨਕ, ਜਿਹੜਾ ਦੁਨੀਆ ਦਾ ਵਾਹਿਦ ਇੱਕ ਐਸਾ ਰਹਿਬਰ ਹੈ ਜਿਸ ਦਾ ਫਲਸਫੇ ਨੂੰ ਕੋਈ ਕਟਾਸ਼ ਨਹੀਂ ਕਰ ਸਕਦਾ। ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮਝਿਆ ਨਹੀਂ, ਤੇ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ, ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਸੰਪਾਦਨਾ ਕੀਤੀ ਆਦਿ ਪੀਠ ਦੇ ਅੰਦਰ, ਤੇ ਇਹ ਸ਼ਾਇਦ ਉਹਨਾਂ ਦੇ ਵਿਚਾਰ ਗੋਚਰੇ ਹੋਇਆ ਹੋਵੇਗਾ ਕਿ ਜਿਸ ਦਾ ਜਿਹੜਾ ਸਿੱਖੀ ਦਾ ਮੂਲ ਹੈ, ਉਸ ਦੀ ਕਿਸੇ ਅਸੀਮ ਰਚਨਾ ਨੂੰ ਹੀ ਪਹਿਲੀ ਥਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਿੱਤੀ ਜਾ ਸਕਦੀ ਹੈ। ਇਹ ਅਸੀਂ ਉੱਤਰ ਆਪ ਲੱਭਿਆ ਹੈ, ਹੋ ਸਕਦਾ ਹੈ ਕਿ ਅਸੀਂ ਗਲਤ ਹੋਈਏ, ਲੇਕਿਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਇੱਕ ਸੋਚ ਨੂੰ ਸ਼ਾਇਦ ਅਸੀਂ ਇਸ ਦਾ ਉੱਤਰ ਲੱਭਿਆ ਕਿ ਜਪਜੀ ਸਾਹਿਬ ਜੀ ਨੂੰ ਜਿਹੜਾ ਪਹਿਲੀ ਬਾਣੀ ਦੇ ਰੂਪ ਦੇ ਵਿੱਚ ਥਾਂ ਇਸ ਲਈ ਦਿੱਤੀ ਹੋਣੀ ਹੈ ਕਿ ਸਿੱਖੀ ਦਾ ਮੂਲ ਗੁਰੂ ਨਾਨਕ ਹੈ, ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਹਿਲੀ ਬਾਣੀ ਦੇ ਅੰਦਰ ਰੂਪ ਦੇ ਵਿੱਚ ਦਰਜ ਹੋ ਸਕਦੀ ਹੈ। ਤੇ ਜਦੋਂ ਅਸੀਂ ਇਸ ਜਪ ਦੀ ਗੱਲ ਕਰਦੇ ਹਾਂ, ਤੇ ਇਸ ਦੇ ਅੰਦਰ ਇੱਕ ਪ੍ਰਸ਼ਨ ਖੜਾ ਕੀਤਾ ਗੁਰੂ ਸਾਹਿਬਾਨ ਨੇ, ਜਿਹੜੇ ਸਾਡੇ ਜੀਵਨ ਦਾ ਮਨੋਰਥ ਹੈ, ਉਹ ਹੈ ਪ੍ਰਸ਼ਨ ਕੀ ਹੈ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਇਹ ਪ੍ਰਸ਼ਨ ਕੇਵਲ ਜਪਜੀ ਸਾਹਿਬ ਦੇ ਅੰਦਰ ਹੀ ਨਹੀਂ ਹੈ। ਜੇ ਆਪਾਂ ਦੇਖੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਅੰਦਰ ਇੱਕ ਪ੍ਰਸ਼ਨ ਸਾਡੇ ਸਾਹਮਣੇ ਇਹੀ ਹੈ, ਕਿਉਂਕਿ ਅਸੀਂ ਆਏ ਹੀ ਸਚਿਆਰ ਬਣਨ ਵਾਸਤੇ ਹਾਂ, ਸੱਚ ਦੇ ਆਧਾਰਿਤ ਜ਼ਿੰਦਗੀ ਜਿਉਣ ਵਾਸਤੇ ਹਾਂ, ਤੇ ਫਿਰ ਆਪਾਂ ਸਚਿਆਰ ਕਿਵੇਂ ਬਣਨਾ? ਇਹ ਪ੍ਰਸ਼ਨ ਭਾਵੇਂ ਜਪਜੀ ਸਾਹਿਬ ਦਾ, ਲੇਕਿਨ ਇਹੀ ਪ੍ਰਸ਼ਨ ਸਾਡੇ ਸਾਰਿਆਂ ਦੇ ਸਾਹਮਣੇ ਹੈ। ਤੇ ਗੁਰੂ ਸਾਹਿਬਾਨ ਨੇ ਇਸ ਦਾ ਉੱਤਰ ਵੀ ਆਪ ਸਾਨੂੰ ਸਮਝਾਇਆ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਪਰਮਾਤਮਾ ਦੇ ਹੁਕਮ, ਉਸ ਦੀ ਰਜ਼ਾ ਦੇ ਵਿੱਚ ਅਸੀਂ ਆ ਜਾਈਏ। ਉਹ ਰਜ਼ਾ ਦਾ ਮਾਲਕ ਹੈ, ਉਸ ਦੇ ਭਾਣੇ ਦੇ ਵਿੱਚ, ਉਸ ਦੇ ਹੁਕਮ ਦੇ ਵਿੱਚ ਅਸੀਂ ਆ ਜਾਈਏ ਤੇ ਅਸੀਂ ਸਚਿਆਰ ਬਣ ਸਕਦੇ ਹਾਂ। ਲੇਕਿਨ ਉਸ ਦਾ ਹੁਕਮ ਸਾਨੂੰ ਸਮਝ ਕਿਵੇਂ ਆਵੇ, ਇਹ ਬੜੀ ਮੁਸ਼ਕਲ ਹੈ।
ਤੇ ਗੁਰੂ ਸਾਹਿਬ ਕਹਿਣ ਲੱਗੇ ਤੂੰ ਜਪ ਨੂੰ ਆਧਾਰ ਬਣਾ। ਜਿਉਂ-ਜਿਉਂ ਤੂੰ ਪਰਮਾਤਮਾ ਦਾ ਨਾਮ ਜਪੇਗਾ, ਜਿਉਂ-ਜਿਉਂ ਤੂੰ ਉਸਦੇ ਗੁਣਾਂ ਦਾ ਗਾਇਨ ਕਰੇਗਾ, ਜਿਉਂ-ਜਿਉਂ ਤੇਰੀ ਚਿੰਤਨ ਸ਼ਕਤੀ ਦੇ ਵਿੱਚ ਉਹ ਗੁਣ ਵਸ ਜਾਣਗੇ, ਪਰਮਾਤਮਾ ਦੀ ਯਾਦ ਵਸ ਜਾਏਗੀ, ਉਹ ਪਰਮਾਤਮਾ ਹਸਤੀ ਕੀ ਹੈ ਉਸ ਹਸਤੀ ਦਾ ਤੇਰੇ ਅੰਦਰ ਇੱਕ ਅਹਿਸਾਸ ਪੈਦਾ ਹੋਵੇਗਾ, ਇੱਕ ਅਨੁਭਵ ਪੈਦਾ ਹੋਵੇਗਾ, ਇੱਕ ਰੱਬੀ ਪ੍ਰਕਾਸ਼ ਤੇਰੇ ਅੰਦਰ ਆਏਗਾ, ਇੱਕ ਚਾਨਣ ਆਏਗਾ, ਇੱਕ ਗਿਆਨ ਆਏਗਾ, ਤੇ ਤੈਨੂੰ ਉਸਦੇ ਹੁਕਮ ਦੀ ਥੋੜ੍ਹੀ ਬਹੁਤ ਸਮਝ ਆਉਣਾ ਸ਼ੁਰੂ ਹੋ ਜਾਏਗੀ। ਕਿਉਂਕਿ ਇਹ ਹੁਕਮ ਐਸਾ ਹੈ, ਇਹਨੂੰ ਸੰਪੂਰਨ ਰੂਪ ਦੇ ਵਿੱਚ ਨਾ ਬਿਆਨ ਕੀਤਾ ਜਾ ਸਕਦਾ, ਨਾ ਸਮਝਿਆ ਜਾ ਸਕਦਾ, ਲੇਕਿਨ ਜਿਉਂ-ਜਿਉਂ ਤੂੰ ਜਪ ਕਰੇਗਾ ਤੈਨੂੰ ਸਚਿਆਰ ਬਣਨ ਦੇ ਲਈ ਉਸ ਹੁਕਮ ਦੀ ਥੋੜ੍ਹੀ ਬਹੁਤ ਜਦੋਂ ਸਮਝ ਆਏਗੀ, ਹੁਕਮ ਅਧੀਨ ਜਦੋਂ ਤੂੰ ਆਪਣੀ ਜ਼ਿੰਦਗੀ ਕਰ ਲਏਗਾ ਤੇ ਬਸ ਤੂੰ ਸਚਿਆਰ ਬਣ ਜਾਏਗਾ। ਇਸੇ ਲਈ ਜਦੋਂ ਅਸੀਂ ਇਸ ਬਾਣੀ ਦੇ ਉਸ ਕੇਂਦਰੀ ਭਾਵ ਦੀ ਗੱਲ ਕਰਦੇ ਹਾਂ ਨਾ, ਜਪ ਫਲਸਫਾ ਡੂੰਘਾ, ਸਿਰਲੇਖ, ਜਪ ਸਾਡੇ ਜੀਵਨ ਦਾ ਆਧਾਰ, ਪਹਿਲੀ ਬਾਣੀ ਦੇ ਰੂਪ ਦੇ ਵਿੱਚ ਇਸੇ ਲਈ ਇਸ ਨੂੰ ਥਾਂ ਬਖਸ਼ਿਸ਼ ਕੀਤੀ, ਤੇ ਕੇਂਦਰੀ ਭਾਵ ਵੀ ਜਪ ਹੀ ਹੈ ਕਿ ਜਪ ਭਾਈ ਤੂੰ ਜਿਉਂ-ਜਿਉਂ ਜਪੇਗਾ ਉਸ ਪਰਮਾਤਮਾ ਦੇ ਹੁਕਮ ਦੀ ਸਮਝ ਤੈਨੂੰ ਆਏਗੀ, ਹੁਕਮ ਅਧੀਨ ਜ਼ਿੰਦਗੀ ਕਰ ਲਏਗਾ ਤੇ ਬਸ ਤੇਰਾ ਜੀਵਨ ਸਚਿਆਰ ਹੋ ਜਾਏਗਾ। ਇਹ ਸੰਖੇਪ ਵਿਚਾਰ ਹੈ। ਇਸੇ ਸੰਖੇਪ ਵਿਚਾਰ ਨੂੰ ਮੈਂ ਬੇਨਤੀ ਪਹਿਲਾਂ ਕਰਦੇ ਹਾਂ, ਜੇ ਆਪਾਂ ਇਸ ਲੜੀ ਨੂੰ ਤੋੜਾਂਗੇ ਵਿੱਚੋਂ, ਸੁਣਨ ਵਾਲਿਆਂ ਦੀ ਗੱਲ ਕਰ ਰਹੇ ਹਾਂ, ਜੇ ਆਪਾਂ ਇਸ ਲੜੀ ਨੂੰ ਤੋੜਾਂਗੇ ਤੇ ਫਿਰ ਸਮਝ ਨਹੀਂ ਆਉਣੀ, ਫਿਰ ਫਾਰਮੈਲਿਟੀ ਹੋਏਗੀ। ਅੱਜ ਆਪਾਂ ਜਿੱਥੇ ਸਮਾਪਤ ਕੀਤਾ ਨਾ ਕਿ ਜਪ ਸਿਰਲੇਖ ਕਿਉਂ, ਪਹਿਲੀ ਬਾਣੀ ਜਪਜੀ ਕਿਉਂ, ਕੇਂਦਰੀ ਭਾਵ ਕਿਹੜਾ, ਇੱਥੋਂ ਹੀ ਆਪਾਂ ਹੁਣ ਅਸੀਂ ਅਗਲੀ ਲੜੀ ਇੱਥੋਂ ਅੱਗੇ ਜਾਰੀ ਕਰਾਂਗੇ। ਤੇ ਜਿਹੜੇ ਵੀਰ ਭੈਣ ਬਜ਼ੁਰਗ ਅੱਜ ਆਏ ਨੇ ਉਹਨਾਂ ਦੀ ਸੇਵਾ 'ਚ ਬੇਨਤੀ ਹੈ ਕਿ ਘੱਟੋ ਘੱਟ ਆਪ ਜੀ ਮਿਸ ਨਾ ਕਰਨਾ, ਕਿਉਂਕਿ ਫਿਰ ਲੜੀ ਦਰ ਲੜੀ ਸਾਨੂੰ ਇਹ ਸਮਝ ਨਹੀਂ ਆਏਗੀ ਕਿ ਜਪਜੀ ਸਾਹਿਬ ਜੀ ਦੇ ਵਿੱਚ ਕਿਤਨੀ ਡੂੰਘੀ ਵਿਚਾਰ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀ ਹੈ। ਇੱਥੋਂ ਹੀ ਅਸੀਂ ਅਗਲੇ ਐਤਵਾਰ ਜਿਹੜੀ ਹੈ ਉਹ ਵਿਚਾਰਾਂ ਦੀ ਲੜੀ ਨੂੰ ਜਿਹੜਾ ਜਾਰੀ ਰੱਖਾਂਗੇ। ਤੋ ਅੱਜ ਇਹ ਵਿਚਾਰ ਕਰਦੇ ਹਾਂ, 3 ਨੁਕਤੇ ਤੁਹਾਡੇ ਸਾਹਮਣੇ ਰੱਖੇ ਹੈ। ਇਹ ਘਰਾਂ ਦੇ ਵਿੱਚ ਵੀ ਜਦੋਂ ਅਸੀਂ ਸਹਿਜ ਪਾਠ ਕਰੀਏ ਜਾਂ ਜਪਜੀ ਸਾਹਿਬ ਜੀ ਦਾ ਪਾਠ ਕਰੀਏ, ਜੇ ਸਾਨੂੰ ਅਰਥ ਬੋਧ ਆਉਂਦੇ ਹੋਣਗੇ ਸਾਨੂੰ ਹੋਰ ਆਨੰਦ ਆਏਗਾ, ਤੇ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਇਸ ਬਾਣੀ ਦੇ ਅੰਦਰ ਜੋ ਕੇਵਲ 38 ਪੌੜੀਆਂ ਨੇ, ਬਹੁਤੀ ਲੰਬੇਰੀ ਬਾਣੀ ਨਹੀਂ ਹੈ। ਆਪਾਂ ਜੇ ਪਾਠ ਕਰੀਏ ਤਾਂ 20 ਕੁ ਮਿੰਟ ਲੱਗਦੇ ਆ ਸਾਨੂੰ, 20-25 ਮਿੰਟ, ਤੇ ਜੇ ਥੋੜ੍ਹਾ ਹੋਰ ਸਹਿਜ ਦੇ ਨਾਲ ਕਰੀਏ ਤਾਂ ਸਾਨੂੰ ਹੋਰ ਆਨੰਦ ਆਏਗਾ, ਤੇ ਜੇ ਅਰਥ ਬੋਧ ਪਤਾ ਹੋਣਗੇ ਤੇ ਉਸ ਤੋਂ ਵੀ ਹੋਰ ਆਨੰਦ ਆਏਗਾ। ਤੇ ਜਦੋਂ ਅਸੀਂ ਉਹਨਾਂ ਅਰਥ ਬੋਧਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਜਪਜੀ ਸਾਹਿਬ ਦਾ ਨਿੱਤ ਪਾਠ ਕਰਾਂਗੇ, ਇਸ ਨੇਮ ਦੇ ਨਾਲ ਜੁੜਾਂਗੇ, ਤੇ ਸਤਿਗੁਰ ਪਾਤਸ਼ਾਹ ਰਹਿਮਤ ਵੀ ਕਰਨਗੇ ਕਿ ਇਹ ਵਿਚਾਰ ਸਾਡੇ ਜੀਵਨ ਦਾ ਆਧਾਰ ਵੀ ਬਣ ਜਾਏਗੀ। ਤੋ ਆਓ ਅੱਜ ਦੀ ਵਿਚਾਰ ਨੂੰ ਇੱਥੇ ਸੰਕੋਚਦੇ ਹੋਏ ਪ੍ਰਬੰਧਕ ਵੀਰਾਂ ਦਾ ਅਤੀ ਧੰਨਵਾਦ ਹੈ, ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਜਿਹੜਾ ਆਰੰਭਿਆ ਹੈ। ਕਿਉਂਕਿ ਅਸੀਂ ਬਹੁਤ ਵੱਡੇ ਸਮਾਗਮ ਕਰਦੇ ਹਾਂ, ਉਸ ਦੇ ਵਿੱਚ ਕੋਈ ਉਟੰਕਣ ਨਹੀਂ, ਕਰਨੇ ਵੀ ਚਾਹੀਦੇ ਆ ਸਾਨੂੰ। ਆਪਣੇ ਪੁਰਬ, ਸ਼ਹੀਦੀ ਪੁਰਬ ਜਾਂ ਜਿਹੜੇ ਹੋਰ ਗੁਰਮਤ ਰਿਲੇਟਡ ਸਮਾਗਮ ਆਪਾਂ ਕਰਦੇ ਹਾਂ ਉਹ ਕਰਨੇ ਜ਼ਰੂਰ ਚਾਹੀਦੇ ਹੈ, ਕਿਉਂਕਿ ਆਉਣ ਵਾਲੀ ਪੀੜ੍ਹੀ ਉਹਨਾਂ ਦੇ ਨਾਲ ਹੀ ਸੁਚੇਤ ਹੁੰਦੀ ਹੈ। ਸਿੱਖੀ ਦਾ ਜਜ਼ਬਾ, ਗੁਰਮਤ ਸਿਧਾਂਤ ਉਹਨਾਂ ਦੇ ਅੰਦਰ ਤਾਂ ਹੀ ਪਨਪਦੇ ਆ ਜਦੋਂ ਅਸੀਂ ਇਹ ਸਮਾਗਮ ਕਰਦੇ ਹਾਂ। ਲੇਕਿਨ ਇਹ ਜਿਹੜਾ ਤੁਸੀਂ ਪ੍ਰੋਗਰਾਮ ਉਲੀਕਿਆ, ਪ੍ਰਬੰਧਕ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਵਧਾਈ ਦੇ ਪਾਤਰ ਹੋ। ਇਹ ਜਿਹੜਾ ਪ੍ਰੋਗਰਾਮ ਉਲੀਕਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੋਏਗਾ, ਕਿਉਂਕਿ 1 ਸਾਲ ਘੱਟੋ ਘੱਟ ਲੜੀ ਚੱਲਣੀ ਹੈ, ਤੇ 1 ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਐਸੀਆਂ ਵੀ ਸੁਣਨ ਨੂੰ ਮਿਲਣਗੀਆਂ ਜੋ ਸਾਨੂੰ ਕੌੜੀਆਂ ਵੀ ਲੱਗਣਗੀਆਂ। ਕਿਉਂਕਿ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ, ਵਿਚਾਰ ਕਰਦੇ ਹਾਂ, ਤੇ ਫਿਰ ਸਾਨੂੰ ਕੁਝ ਸੱਚ ਸੁਣਨ ਨੂੰ ਮਿਲਦਾ ਹੈ, ਤੇ ਸੱਚ ਹਮੇਸ਼ਾ ਕੌੜਾ ਹੁੰਦਾ ਹੈ। ਇਸ ਲਈ ਮੈਂ ਆਪ ਸਾਰੀਆਂ ਸੰਗਤਾਂ ਦੀ ਸੇਵਾ 'ਚ ਬੇਨਤੀ ਕਰਾਂਗਾ ਕਿ ਇਸ ਲੜੀ ਦਾ ਜੇ ਆਪਾਂ ਆਨੰਦ ਲੈਣਾ ਹੈ, ਜਪਜੀ ਸਾਹਿਬ ਜੀ ਨੂੰ ਸਮਝਣਾ ਹੈ, ਤੇ ਪੌੜੀ ਦਰ ਪੌੜੀ ਆਪਾਂ ਚੜ੍ਹਦੇ ਰਵਾਂਗੇ। ਪਹੁੰਚਣਾ ਆਪਾਂ ਸੱਚਖੰਡ ਹੈ, ਬਣਨਾ ਅਸੀਂ ਸਚਿਆਰ ਹੈ। ਲੇਕਿਨ ਜੇ ਲੜੀ ਨੂੰ ਵਿੱਚ ਤੋੜਾਂਗੇ ਤੇ ਫਿਰ ਸਾਨੂੰ ਸਮਝ ਨਹੀਂ ਆਏਗੀ। ਅੱਜ ਧੰਨ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ, ਦਾਸ ਦੀ ਕੋਈ ਇਤਨੀ ਪਾਇਆ ਨਹੀਂ ਕਿ ਗੁਰਬਾਣੀ ਦੀ ਆਪਾਂ ਵਿਚਾਰ ਕਰ ਸਕੀਏ। ਲੇਕਿਨ ਇਸ ਲੜੀ ਨੂੰ ਆਪ ਜੀ ਦੇ ਸਾਹਮਣੇ ਰੱਖਦਿਆਂ ਹੋਇਆਂ ਸਾਡੇ ਵੱਖ-ਵੱਖ ਵੀਰ ਭੈਣ ਤੁਹਾਡੇ ਸਾਹਮਣੇ ਆਉਣਗੇ ਵਿਚਾਰ ਲੈ ਕੇ, ਪੌੜੀ ਦਰ ਪੌੜੀ ਅਸੀਂ ਵਿਚਾਰ ਕਰਦੇ ਰਵਾਂਗੇ। ਅੱਜ ਦੇ ਵਿਚਾਰ ਕਰਦਿਆਂ ਜੋ ਭੁੱਲਾਂ ਗਲਤੀਆਂ ਹੋਈਆਂ ਉਹਨਾਂ ਨੂੰ ਬਖਸ਼ ਲੈਣਾ ਜੀ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਅੱਜ ਇਹ ਸਮਾਗਮ ਆਰੰਭ ਹੋਏ ਨੇ। ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਸਮਾਂ ਕੱਢ ਕੇ ਇਕਾਗਰਤਾ ਦੇ ਨਾਲ ਅੱਜ ਦੀ ਇਸ ਲੜੀ ਨੂੰ ਆਰੰਭ ਕਰਦਿਆਂ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ, ਤੇ ਅਨੇਕਾਂ ਜਿਹੜਾ
ਭੁੱਲਾਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਆਪ ਜੀ ਬੈਠੇ ਹੋ। ਜੋ ਕੋਈ ਸੁਝਾਅ ਤੁਸੀਂ ਦੇਣਾ ਚਾਹੋ ਉਹ ਵੀ ਦੇ ਸਕਦੇ ਹੋ ਕਿ ਇਸ ਦੇ ਵਿੱਚ ਵੀਰ ਜੀ ਇਹ ਗੱਲ ਜਿਹੜੀ ਹੈ ਤੁਸੀਂ ਇਹ ਗੱਲ ਕਹੀ ਹੈ, ਕਿਆ ਇਹ ਠੀਕ ਹੈ ਜਾਂ ਗਲਤ ਹੈ। ਆਪਾਂ ਵਿਚਾਰ ਵੀ ਕਰ ਸਕਦੇ ਹਾਂ, ਕਿਉਂਕਿ ਜੇ ਆਪਾਂ ਵਿਚਾਰ ਕਰਾਂਗੇ, ਕੋਈ ਡਿਸਕਸ਼ਨ ਕਰਾਂਗੇ, ਬਹੁਤ ਸਾਰੀਆਂ ਚੀਜ਼ਾਂ ਨਿਕਲਦੀਆਂ ਵੀ। ਅਤੇ ਕੋਟਾਨਕੋਟ ਧੰਨਵਾਦ ਪ੍ਰਬੰਧਕ ਵੀਰਾਂ ਨੇ ਜਿਨ੍ਹਾਂ ਨੇ ਇਸ ਲੜੀ ਨੂੰ ਆਰੰਭ ਕਰਦਿਆਂ ਹੋਇਆਂ ਸਾਨੂੰ ਇਹ ਮੌਕਾ ਬਖਸ਼ਿਆ ਕਿ ਅਸੀਂ ਇਹ ਤੁੱਛ ਬੁੱਧੀ ਅਨੁਸਾਰ ਤੁਹਾਡੀ ਇਹ ਸੇਵਾ ਕਰ ਸਕੀਏ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।